ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਭਗਤੀ ਦਾ ਆਤਮ ਰਸ ਮਾਣ ਰਹੀ ਸਤਿਕਾਰਤ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਪਿਤਾ ਖੜਗੇਸ ਮਿਰਗੇਸ ਜਗਤੇਸ ਪੰਥ ਦੇ ਵਾਲੀ ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ ਖਾਲਸੋ ਬੇਕੀਨਾ ਗੁਰ ਗੋਬਿੰਦ ਸਿੰਘ। ਹੱਕ ਸੱਚ ਸਰੂਪ ਪਰਮਾਤਮਾ ਦੇ ਸਰਗੁਣ ਸਰੂਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਕੱਦਸ ਚਰਨ ਛੋਹ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਖਾਲਸਾ ਪੰਥ ਦੀ ਪ੍ਰਗਟ ਸਾਜਨਾ ਧਰਤੀ, ਜਿਸ ਪਾਵਨ ਸਥਾਨ ਦੀ ਆਪ ਜੀ ਯਾਤਰਾ ਕਰਦੇ ਹੋਏ ਦਰਸ਼ਨ ਦੀਦਾਰ ਕਰਦੇ ਹੋਏ ਸਤਿਗੁਰਾਂ ਦੇ ਚਰਨਾਂ ਦਾ ਰਸ ਮਾਣ ਰਹੇ ਹੋ। ਆਓ ਨੇਮ ਦੀ ਤਰ੍ਹਾਂ ਜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪਾਵਨ ਕਥਾ ਇਤਿਹਾਸ ਦੀ ਇਸ ਸਥਾਨ 'ਤੇ ਚੱਲ ਰਹੀ ਹੈ, ਮਨ ਦੀ ਇਕਾਗਰਤਾ ਬਣਾਈਏ। ਹਜ਼ੂਰ ਮਹਾਰਾਜ ਦਸ਼ਮੇਸ਼ ਪਿਤਾ ਪੂਰਬਲੇ ਜਨਮ ਦੇ ਵਿੱਚ ਜਿਵੇਂ ਭਾਰੀ ਤਪੱਸਿਆ ਬੰਦਗੀ ਭਗਤੀ ਵਾਹਿਗੁਰੂ ਦੇ ਵਿੱਚ ਅਭੇਦਤਾ ਪਾਉਣ ਵਾਸਤੇ ਕਰਦੇ ਨੇ। ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ ਤਹ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ। ਇਹ ਵਿਦ ਕਰਤ ਤਪੱਸਿਆ ਭਇਓ ਦੁਵੈ ਤੇ ਏਕ ਰੂਪ ਹੋਵੈ ਗਇਓ। ਵਿੱਚੋਂ ਸਭ ਭੇਦ ਭਿੰਨ ਖਤਮ ਹੋ ਗਿਆ। ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਰਾਮ ਭਗਤ ਮੈਂ ਭੇਦ ਕਿਛ ਨਾਹੀ। ਏਕ ਜਨ ਕਈ ਮਹਿ ਲਾਖ ਕਰੋੜੀ। ਇਸ ਤਰ੍ਹਾਂ ਦੀ ਅਵਸਥਾ ਜਦੋਂ ਹੋ ਗਈ ਤਪ ਸਾਧਤ ਹਰ ਮੋਹਿ ਬਿਲਾਇਓ। ਇਮ ਕਹਿ ਇਸ ਤਰ੍ਹਾਂ ਕਹਿ ਕੇ ਮਾਤ ਲੋਕ ਤੇ ਮਾਤ ਲੋਕ ਪਠਾਇਓ। ਤੋ ਤਪ ਸਾਧਦਿਆਂ ਹੋਇਆਂ ਤਪ ਕਰਦਿਆਂ ਹੋਇਆਂ ਦਸਮ ਪਾਤਸ਼ਾਹ ਜੀ ਆਪ ਲਿਖਦੇ ਨੇ, ਸਾਨੂੰ ਹੇਮਕੁੰਟ ਸਾਹਿਬ ਤੋਂ ਸੱਚਖੰਡ ਵਿਖੇ ਬੁਲਾਇਆ ਗਿਆ। ਉਹ ਵਿਵਾਨ ਜਿਵੇਂ ਵਾਹਿਗੁਰੂ ਨੇ ਭੇਜਿਆ, ਉਹਦੀ ਸ਼ੋਭਾ ਕੈਸੀ ਹੈ ਕਹਿਣ ਕਥਨ ਤੋਂ ਪਰੇ। ਕੱਲ੍ਹ ਆਪਾਂ ਸੁਣਿਆ ਹੈ ਉਹਦੀ ਚਾਲ ਜੋ ਮਨ ਦੀ ਚਾਲ ਤੋਂ ਵੀ ਕਿਤੇ ਜ਼ਿਆਦਾ ਚਾਲ ਵਾਲਾ ਹੈ। ਤੋ ਤੇਜ ਚਾਲ ਹਵਾ ਨੂੰ ਵੀ ਪਿੱਛੇ ਛੱਡਣ ਵਾਲਾ ਇਹ ਜੋ ਵਿਵਾਨ ਹੈ, ਜਿਸ ਨੂੰ ਗਣ ਲੈ ਕੇ ਤੋ ਸਪਤ ਸ੍ਰਿੰਗ ਦੇ ਮੱਧ ਵਿੱਚ ਆਏ ਨੇ ਪਹਾੜ 'ਤੇ। ਬੜੇ ਕੋਮਲ ਬਚਨ ਕਹਿ ਕੇ ਇਸ ਤਪਸੀ ਸੁੱਤ ਸ੍ਰੀ ਦੁਸ਼ਟ ਦਮਨ ਜੀ ਨੂੰ ਸੱਚਖੰਡ ਦੇ ਦਰਬਾਰ ਵਿਖੇ ਚੱਲਣ ਵਾਸਤੇ ਬੇਨਤੀ ਕੀਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਨੂੰ ਸੱਦਾ ਭੇਜਿਆ ਹੈ।
ਮਾਨੋ ਮੋਏ ਹੋਏ ਜੀਵਨ ਵਿੱਚ ਜਾਨ ਪੈ ਗਈ। ਇਹ ਬਚਨ ਅੰਮ੍ਰਿਤ ਰੂਪੀ ਹੀ ਕੰਨਾਂ ਦੇ ਡੂੰਨਿਆਂ ਰਾਹੀਂ ਅੰਦਰ ਪਏ ਨੇ। ਤੋ ਉਸ ਸਮੇਂ ਪੁਲਕਾਵਲੀ ਜਿਹੜੀ ਹੈ ਇਹ ਖੜੀ ਹੋ ਗਈ, ਰੋਮ ਖੜੇ ਹੋ ਗਏ, ਗਲਾ ਗਦ-ਗਦ ਹੋ ਗਿਆ, ਨੇਤਰ ਹੰਝੂਆਂ ਦੇ ਨਾਲ ਭਰ ਗਏ, ਝੜੀ ਲੱਗ ਗਈ। ਪ੍ਰਭੂ ਵਾਹਿਗੁਰੂ ਦੇ ਬੁਲਾਵੇ ਦਾ ਇਹ ਸਮਾਂ ਸੁਣ ਕਰਕੇ, ਕਿਉਂਕਿ ਕੋਟ ਆਨੰਦ ਰਾਜ ਸੁਖ ਭੁਗਵੈ, ਮੁਖ ਤੇ ਨਿਮਖ ਬੋਲਾਈ। ਤੋ ਮੈਂ ਲੱਖ ਵਿੜਤੇ ਸਾਹਿਬਾ, ਜੇ ਬਿੰਦ ਬੋਲਾਈਆਂ। ਮੈਂ ਲੱਖਾਂ ਵਾਰ ਸਿਰ ਕੱਟ ਕੇ ਅਰਪਣ ਕਰ ਦਿਆਂ ਤੇਰੇ ਅੱਗੇ, ਜੇ ਕਿਤੇ ਬਿੰਦ ਮਾਤਰ ਵੀ ਆਵਾਜ਼ ਮਾਰ ਲਓ ਮੈਨੂੰ, ਥੋੜੀ ਜਿੰਨੀ ਆਵਾਜ਼ ਮਾਰ ਕੇ ਕਹਿ ਦਿਓ ਕਿ ਪ੍ਰੇਮੀਆਂ ਤੇਰੀ ਭਗਤੀ ਪ੍ਰਵਾਨ ਹੋ ਗਈ ਹੈ। ਮਹਾਰਾਜ ਸਾਹਿਬ ਬਿਬਾਨ ਵਿੱਚ ਬੈਠਣ ਲੱਗੇ। ਤਪਸਵੀ ਜਿਤਨੇ ਵੀ ਸਨ ਉਹ ਰੋਣ ਲੱਗੇ ਕਿ ਮਹਾਰਾਜ ਸਾਨੂੰ ਛੱਡ ਕੇ ਕਿੱਥੇ ਚੱਲੇ ਹੋ, ਅਸੀਂ ਤੁਹਾਡੇ ਤੋਂ ਬਿਨਾਂ ਕਾਹਦੇ ਜੋਗੇ ਹਾਂ। ਉਹਨਾਂ ਸਭਨਾਂ ਨੂੰ ਦਿਲਾਸਾ ਦਿੱਤਾ ਹੈ ਕਿ ਤੁਸੀਂ ਚਿੰਤਾ ਨਾ ਕਰੋ, ਦੁਬਾਰਾ ਤੁਹਾਡੇ ਕੋਲ ਜ਼ਰੂਰ ਆਵਾਂਗਾ, ਤੁਹਾਨੂੰ ਨਾਲ ਹੀ ਰੱਖਾਂਗਾ। ਇੱਕ ਵਾਰ ਮੈਨੂੰ ਪ੍ਰਭੂ ਦੇ ਦਰ 'ਤੇ ਪਹੁੰਚਣ ਦਿਓ। ਤੋ ਜਿਸ ਦਰ ਦੀ ਸ਼ੋਭਾ ਕਥਨ ਨਹੀਂ ਕੀਤੀ ਜਾ ਸਕਦੀ, ਬਿਬਾਨ 'ਤੇ ਚੜ੍ਹ ਕੇ ਮਹਾਰਾਜ ਉਸ ਸੱਚਖੰਡ ਦੇ ਦਰਬਾਰ 'ਤੇ ਪਹੁੰਚੇ ਨੇ। ਉੱਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਹੇ ਅਕਥ, ਨਾਨਕ ਪ੍ਰਭ ਸਰਨਾਗਤੀ, ਰਾਖਣ ਕਉ ਸਮਰੱਥ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸਾਹਾਂ ਪਾਤ ਸਾਹੋ, ਨਿਹਚਲ ਚੌਰ ਛਤ। ਜਿਤ ਦਰ ਲਖ ਮੁਹੰਮਦਾ, ਲਖ ਬ੍ਰਹਮੇ ਵਿਸ਼ਨ ਮਹੇਸ਼, ਲਖ ਰਾਮ ਕ੍ਰਿਸ਼ਨ ਵਡੀਰੀਏ, ਲਖ ਕਾਜੀ ਮੁੱਲਾ ਸੇਖ। 70 ਸਹਿ ਸਲਾਰ ਹੈ ਜਾ ਕੇ, 1.25 ਲੱਖ ਪੈਗੰਬਰ ਤਾਕੇ। ਸੇਖ ਜੋ ਕਹੀਅਤ ਕੋਟ 88, 56 ਕੋਟ ਜਾਕੇ ਖੇਲ ਖਾਸੀ। ਬੜੀ ਦੂਰ ਤੱਕ ਗਰਦਨਾਂ ਝੁਕਾ ਕੇ ਵੱਡੇ ਵੱਡੇ ਪੈਗੰਬਰ ਦਰਸ਼ਨਾਂ ਦੀ ਪ੍ਰਾਪਤੀ ਵਾਸਤੇ ਖੜੇ ਨੇ। ਜਿਸ ਦਰ 'ਤੇ ਬਾਰੀ ਦੇ ਨਾਲ ਦਰਸ਼ਨ ਮਿਲਦੇ ਨੇ, ਇੱਕੋ ਇੱਕ ਸਾਹਿਬੇ ਕਮਾਲ ਨੇ। ਜਦੋਂ ਤੁਸੀਂ ਕਿਤੇ ਇਤਿਹਾਸ ਪੜ੍ਹੋ ਨਾ, ਜਦੋਂ ਬਾਲਾ ਪ੍ਰੀਤਮ ਆਨੰਦਪੁਰ ਸਾਹਿਬ ਨੂੰ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਆਰਫਦੀਨ ਮਿਲਿਆ ਸੀ ਪੀਰ, ਆਪਣੇ ਨਾਨਕੇ ਪਿੰਡ ਵਿੱਚ ਖੇਡ ਰਹੇ ਸਨ। ਮਹਾਰਾਜ ਲਖਨੌਰ, ਜਿੱਥੇ ਮਾਤਾ ਗੁਜਰ ਕੌਰ ਜੀ ਦਾ ਪੁਰਾਤਨ ਨਗਰ ਹੈ। ਤੋ ਇਹ ਆਰਫਦੀਨ ਪੀਰ ਨੇ ਦੂਰੋਂ ਦੇਖਿਆ, ਪਾਲਕੀ ਵਿੱਚ ਲਿਆ ਰਹੇ ਸਨ ਇਹਦੇ ਸੇਵਕ। ਇਹ ਕਹਿਣ ਲੱਗਾ ਰੋਕੋ ਪਾਲਕੀ। ਪਾਲਕੀ ਨੂੰ ਰੋਕਿਆ, ਜਲਦੀ ਦੇ ਨਾਲ ਉਤਰਿਆ। ਨੰਗੇ ਚਰਨੀ ਮਹਾਰਾਜ ਬਾਲਾ ਪ੍ਰੀਤਮ ਦੇ ਕੋਲ ਗਿਆ ਤੇ ਜਾ ਕੇ ਨਮਸਕਾਰ ਕੀਤੀ, ਸਿਜਦਾ ਕੀਤਾ ਹੈ ਜਿਵੇਂ ਮੁਸਲਮਾਨ ਲੋਕ ਸਿਜਦਾ ਕਰਦੇ ਨੇ। ਜਿਹੜੇ ਕੋਲ ਨਾਲ ਦੇ ਇਸਲਾਮ ਧਰਮ ਦੇ ਸੇਵਕ ਉਹ ਕਹਿੰਦੇ ਨੇ ਕਾਫਰ ਨੂੰ ਤੁਸੀਂ ਸਿਜਦਾ ਕਰਕੇ ਚੰਗਾ ਨਹੀਂ ਕੀਤਾ। ਉਹ ਕਹਿਣ ਲੱਗਾ ਕੌਣ ਕਾਫਰ? ਤੁਹਾਡੀ ਦ੍ਰਿਸ਼ਟੀ ਵਿੱਚ ਦਵੈਤ ਹੈ, ਮੇਰੀ ਨਿਗਾਹ ਦੇ ਨਾਲ ਦੇਖੋ। ਜਦੋਂ ਅਸੀਂ ਬਿਹਿਸਤ ਵਿੱਚ ਪ੍ਰਭੂ ਦੇ ਦਰ 'ਤੇ, ਅੱਲਾ ਖੁਦਾ ਦੇ ਦਰ 'ਤੇ ਸਮਾਧੀ ਵਿੱਚ ਲੀਨ ਹੋ ਕੇ ਪਹੁੰਚਦੇ ਆ ਨਾ, ਦਿਵ ਦ੍ਰਿਸ਼ਟੀ ਸਾਡੀ ਉੱਥੇ ਪਹੁੰਚਦੀ ਹੈ। ਬਾਕੀ ਸਾਰਿਆਂ ਨੂੰ ਲਾਈਨ ਵਿੱਚ ਸਮੇਂ ਦੇ ਅਨੁਸਾਰ ਤੇ ਵਾਰੀ ਅਨੁਸਾਰ ਪ੍ਰਭੂ ਦਰਸ਼ਨ ਦਿੰਦੇ ਨੇ। ਖੁਦਾ ਇਹ ਬੱਚਾ ਇੱਕ ਐਸਾ ਹੈ ਜਿਹੜਾ ਬਿਨਾਂ ਆਗਿਆ ਤੋਂ, ਬਿਨਾਂ ਸਮੇਂ ਤੋਂ ਹੀ ਅੰਦਰ ਲੰਘ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਜਾਂ ਵਾਲੇ ਪਿਤਾ ਕੋਈ ਆਮ ਨਹੀਂ ਸਾਧ ਸੰਗਤ ਜੀ।
ਕਾਦਰੇ ਹਰਕਾਰ ਗੁਰ ਗੋਬਿੰਦ ਸਿੰਘ। ਸਾਰੀ ਸ੍ਰਿਸ਼ਟੀ ਦੀ ਕਾਰ ਨੂੰ ਕਰਨ ਵਾਲੇ ਨੇ, ਕਰਤਾ ਨੇ। ਆਪਾਂ ਤੇ ਸਮਝਿਆ ਹੀ ਨਹੀਂ, ਕਿਹੜੇ ਮੁਰਦਾ ਪੀਰਾਂ ਫਕੀਰਾਂ ਦੀਆਂ ਕਬਰਾਂ ਵੱਲ ਭੱਜੇ ਫਿਰਦੇ ਆ। ਜਾਹਰ ਪੀਰ ਨੂੰ ਸਮਝ ਨਹੀਂ ਸਕੇ ਸ੍ਰਿਸ਼ਟੀ ਦੇ ਮਾਲਕ ਨੂੰ। ਤੋ ਐਸਾ ਦਰਬਾਰ ਉੱਥੇ ਪਹੁੰਚੇ ਨੇ ਦੁਸ਼ਟ ਦਮਨ ਮਹਾਰਾਜ ਸਾਹਿਬ ਜੀ। ਪਹਿਰੇਦਾਰਾਂ ਨੇ ਸਤਿਕਾਰ ਕੀਤਾ, ਅੱਗੋਂ ਲੈਣ ਵਾਸਤੇ ਡਿਉੜੀਦਾਰ ਆਏ ਨੇ। ਤੋ ਉਸ ਵੇਲੇ ਪਹਿਲਾਂ ਪੌਰ ਤੇ ਸਿਰ ਝੁਕਾਇਆ ਹੈ ਸੱਚਖੰਡ ਦੇ ਮੁੱਖ ਦਰਵਾਜ਼ੇ ਤੇ। ਜਿਵੇਂ ਆਪਾਂ ਹਰਿਮੰਦਰ ਸਾਹਿਬ ਜਾਈਏ ਤੇ ਪਹਿਲਾਂ ਡਿਉੜੀ ਦੇ ਦਰਵਾਜ਼ੇ ਤੇ ਸਿਰ ਝੁਕਾਉਂਦੇ ਹਾਂ, ਫਿਰ ਅੱਗੇ ਦਰਵਾਜ਼ਾ ਆਉਂਦਾ ਹੈ। ਸਾਹਮਣੇ ਪ੍ਰਮਾਤਮਾ ਦੇ ਗਏ ਨੇ, ਬੜਾ ਵਿਰਾਟ ਸੁੰਦਰ ਸਰੂਪ, ਪ੍ਰਕਾਸ਼ ਹੀ ਪ੍ਰਕਾਸ਼ਮਾਨ ਸਰੂਪ। ਤੱਕ ਕੇ ਬਰਾਗ ਦੇ ਨਾਲ ਭਰ ਆਏ, ਡੰਡੇ ਵੱਤ ਲੰਮੇ ਪੈ ਕੇ ਨਮਸਕਾਰ ਕੀਤੀ ਹੈ। ਫਿਰ ਉੱਠੇ ਨੇ, ਫਿਰ ਨਮਸਕਾਰ ਦੁਬਾਰਾ ਕੀਤੀ ਹੈ ਤੇ ਖੜੇ ਹੋ ਕੇ ਦੋਨੋਂ ਹੱਥ ਜੋੜ ਕੇ ਪ੍ਰਭੂ ਵਾਹਿਗੁਰੂ ਦੇ ਸਨਮੁਖ ਉਪਮਾ ਕਰਨ ਲੱਗੇ ਨੇ, ਸਿਫਤ ਕਰਨ ਲੱਗੇ ਨੇ, ਪ੍ਰਭੂ ਵਾਹਿਗੁਰੂ ਦੀ ਵਡਿਆਈ ਕਰਨ ਲੱਗੇ ਨੇ। ਸਾਰੀਆਂ ਜੋਤੀਆਂ ਦੇ ਜੋਤ ਸਰੂਪ, ਨਾਥਾਂ ਦੇ ਵੀ ਨਾਥ, ਸ੍ਰਿਸ਼ਟੀ ਦੇ ਮਾਲਕ, ਆਪ ਜੀ ਨੂੰ ਮੇਰੀ ਵਾਰ-ਵਾਰ ਨਮਸਕਾਰ ਹੈ, ਨਮਸਕਾਰ ਹੈ। ਉਹ ਜਾਪ ਸਾਹਿਬ ਜੀ ਦੀ ਬਾਣੀ ਸਭ ਤੋਂ ਪਹਿਲਾਂ ਮਹਾਰਾਜ ਨੇ ਸੱਚਖੰਡ ਪ੍ਰਭੂ ਦੇ ਦਰਬਾਰ ਉਚਾਰਨ ਕੀਤੀ ਹੈ। ਦੂਜੀ ਵਾਰ ਇਸ ਧਰਤੀ ਤੇ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਖਾਲਸਾ ਪੰਥ ਦੀ ਬੇਨਤੀ ਕਰਨ ਤੇ ਮਹਾਰਾਜ ਪ੍ਰਭੂ ਦੇ ਆਤਮ ਸਰੂਪ ਦੇ ਜਿਹੜੇ ਲੱਖਣ ਨੇ, ਉਹ ਤਟਸਥੀ ਲੱਖਣਾਂ ਦਾ ਕਥਨ ਕਰਕੇ ਸੁਣਾਓ, ਉਹਦੇ ਨਾਮਾਂ ਦਾ ਕਥਨ ਕਰਕੇ ਸੁਣਾਓ। ਤਾਂ ਨਾਲ ਉਹਦੇ ਕਿਰਤਮ ਨਾਮ ਕਥਨ ਕੀਤੇ ਨੇ, ਨਾਲ ਇਹ ਵੀ ਬਚਨ ਕਿਹਾ ਹੈ ਕਿ ਤੋ ਸਰਬ ਨਾਮ ਕਥੈ ਕਮਨ, ਕਰਮ ਨਾਮ ਵਰਣਤ ਸਮਤ। ਤੁਹਾਡੇ ਸਾਰੇ ਨਾਵਾਂ ਨੂੰ ਕੌਣ ਕਥਨ ਕਰ ਸਕਦਾ ਹੈ? ਕੇਵਲ ਕੁਝ ਕੁ ਨਾਂ ਮਹਾਰਾਜ ਇਸ ਰਸਨਾ ਤੋਂ ਕਹੇ ਨੇ। ਆਪ ਜੀ ਨੂੰ ਨਮਸਕਾਰ ਹੈ, ਨਮਸਕਾਰ ਹੈ। ਜਿਵੇਂ ਉਹ ਬਾਣੀ ਦੇ ਵਿੱਚ ਮਹਾਰਾਜ ਪਰਮੇਸ਼ਰ ਨੂੰ ਨਮਸਕਾਰ ਕਰਨ ਦੀ ਜਾਚ ਸਿਖਾ ਰਹੇ ਨੇ, ਜਿਵੇਂ ਕਵੀ ਜਨ ਚੂੜਾਮਣ ਕਵੀ, ਸ਼੍ਰੋਮਣੀ ਕਵੀ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਦੇ ਵਿੱਚ ਉਹ ਬਚਨ ਲਿਖੇ ਨੇ। ਆਓ ਸਰੋਤੇ ਸਤਸੰਗੀ ਜਨੋ, ਸਾਵਧਾਨ ਇਕਾਗਰ ਚੀਤ ਹੋ ਕਰਕੇ ਸਰਵਣ ਕਰੀਏ। ਇੱਕ ਵਾਰ ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਪ੍ਰਿਆਤ ਛੰਦ। ਜਿਵੇਂ ਜਾਪ ਸਾਹਿਬ ਦੇ ਵਿੱਚ ਮਹਾਰਾਜ ਨੇ ਛੰਦ ਲਿਖੇ ਨੇ, ਪਹਿਲਾ ਛਪੇ ਛੰਦ ਹੈ, ਦੂਜਾ ਛੰਦ ਜਿਹੜਾ ਸ਼ੁਰੂ ਕੀਤਾ ਉਹ ਭੁਜੰਗ ਪ੍ਰਿਆਤ ਛੰਦ। ਭੁਜੰਗ ਸੱਪ ਨੂੰ ਕਹਿੰਦੇ ਨੇ, ਸੱਪ ਦੀ ਚਾਲ ਵਰਗਾ। ਜਿਵੇਂ ਸੱਪ ਕੁੰਡਲ ਪਾਉਂਦਾ ਬੜੇ ਤੇਜ਼ ਜਾਂਦਾ ਹੈ ਨਾ, ਇਸ ਤਰ੍ਹਾਂ ਦੀ ਚਾਲ ਵਰਗਾ ਇਹ ਛੰਦ ਹੈ। ਜਿਹੜੇ ਜਾਪ ਸਾਹਿਬ ਦੀ ਬਾਣੀ ਪੜ੍ਹਦੇ ਨੇ ਉਹ ਇਹਦਾ ਉਚਾਰਨ ਕਰਨ ਵੇਲੇ ਇਹਦੀ ਚਾਲ ਨੂੰ ਸਮਝ ਜਾਂਦੇ ਹਨ। ਨਮੋ ਸਤਿ ਨਾਮੰ, ਨਮੋ ਸਤਿ ਰੂਪੰ। हे ਪ੍ਰਮਾਤਮਾ, ਤੇਰਾ ਨਾਮ ਸਤ ਹੈ, ਸਤਨਾਮ ਤੇਰਾ ਪਰਾਪੂਰ ਬਲਾ। ਨਿਰਭਉ ਨਿਰੰਕਾਰ ਸਤਨਾਮ, ਜਗ ਮਹਿ ਸ੍ਰੇਸ਼ਟ ਊਤਮ ਕਾਮ। ਜਪ ਮਨ ਸਤਨਾਮ, ਸਦਾ ਸਤਨਾਮ। ਉਹ ਤੇਰਾ ਜਿਹੜਾ ਸੱਚਾ ਨਾਮ ਹੈ, ਮੂਲ ਮੰਤਰ ਦੇ ਵਿੱਚ ਵੀ ਮਹਾਰਾਜ ਨੇ ਉਹਦਾ ਕਥਨ ਕੀਤਾ ਹੈ। ਉਹ ਹੀ ਕੇਵਲ ਸੱਚਾ ਹੈ। ਬਾਕੀ ਜਿਤਨੇ ਵੀ ਨਾਮ ਨੇ ਉਹ ਸਭ ਨਾਸਵੰਤ ਨੇ। ਦੇਖੋ, ਸਾਨੂੰ ਸਭਨਾਂ ਨੂੰ ਆਪਣੇ ਦਾਦੇ ਦੇ ਨਾਂ ਦਾ ਤਾਂ ਪਤਾ ਹੋਵੇਗਾ, ਪਰ ਵਿਰਲੇ ਹੋਣਗੇ ਜਿਨ੍ਹਾਂ ਨੂੰ ਪੜਦਾਦੇ ਦਾ ਨਾਂ ਆਉਂਦਾ ਹੋਵੇਗਾ, ਲੱਕੜ ਦਾਦੇ ਦਾ ਨਾਂ ਆਉਂਦਾ ਹੋਵੇਗਾ। ਕਿਉਂਕਿ ਦਾਦੇ ਤੱਕ ਨਾਂ ਤਾਂ ਰਜਿਸਟਰੀਆਂ ਵਿੱਚ ਵੀ ਚੱਲਦੇ ਨੇ, ਕਾਗਜ਼ਾਂ ਵਿੱਚ ਵੀ ਚੱਲਦੇ ਨੇ। ਸਨ ਆਫ
ਪਿਤਾ ਦਾ, ਅੱਗੋਂ ਪਿਤਾ ਇੱਥੋਂ ਤੱਕ। ਤੋ ਭਾਵ ਕਿ 50-60 ਸਾਲ ਤੋਂ ਬਾਅਦ ਸਾਡੇ ਮਰਨ ਤੋਂ ਇਹ ਨਾਂ ਪੁਰਾਣਾ ਹੋ ਜਾਂਦਾ ਹੈ, ਝੂਠਾ ਹੋ ਜਾਂਦਾ, ਕਿਸੇ ਨੂੰ ਵੀ ਯਾਦ ਨਹੀਂ ਰਹਿੰਦਾ। ਵੱਡੇ ਵਡੇਰੇ ਸਾਡੇ ਕਿੰਨੇ ਦੁਨੀਆ ਤੋਂ ਚਲੇ ਗਏ ਨੇ, ਸਾਨੂੰ ਕੋਈ ਚੇਤਾ ਨਹੀਂ ਉਹਨਾਂ ਦੇ ਨਾਮਾਂ ਦਾ। ਇੱਕੋ ਇੱਕ ਵਾਹਿਗੁਰੂ ਹੈ ਜਿਹਦਾ ਸਤਿਨਾਮ ਆਦਿ ਤੋਂ ਲੈ ਕੇ ਸਦਾ ਵਾਸਤੇ ਨਵੀਨ ਹੈ। ਸਾਹਿਬ ਮੇਰਾ ਨੀਤ ਨਾਵਾਂ ਸਦਾ ਸਦਾ ਦਾਤਾਰ, ਐ ਸਤਿਨਾਮ ਵਾਹਿਗੁਰੂ ਸਰੂਪ, ਨਮੋ ਤੈਨੂੰ ਨਮਸਕਾਰ ਹੈ। ਨਮੋ ਸਤਿਆ ਰੂਪੰ, ਇਹ ਸੱਚ ਸਰੂਪ ਵਾਹਿਗੁਰੂ, ਬਾਕੀ ਰੂਪ ਸਾਰੇ ਝੂਠੇ ਨੇ। 4 ਦਿਨ ਦੇ ਰੂਪ ਨੇ, ਬੜੇ ਸੋਹਣੇ ਲੱਗਦੇ ਨੇ। ਧਨ ਜੋਬਨ ਆਖ ਕੀ ਛਾਇਆ, ਬਿਰਧ ਭਏ ਦਿਨ ਪੁੰਨਿਆ। ਜਿਵੇਂ ਅੱਖ ਦੀ ਛਾਂ ਉਹ ਕੋਈ ਬਹੁਤਾ ਸਮੇਂ ਦੀ ਨਹੀਂ ਹੁੰਦੀ, ਇਵੇਂ ਸਾਧ ਸੰਗਤ ਜੀ ਧਨ ਤੇ ਜੋਬਨ ਇਹ ਰੂਪ ਹੈ, ਇਹਦਾ ਸੁੱਖ। ਤੋ ਇਸ ਪ੍ਰਕਾਰ ਇਹ ਰੂਪ ਸਭ ਝੂਠੇ ਨੇ। ਘਟੰਤ ਰੂਪੰ ਘਟੰਤ ਦੀਪੰ, ਘਟੰਤ ਰਵ ਸਸੀਅਰ ਸੂਰ ਨਖਿਅਤਰੰ। ਇਹ ਸਭ ਘਟ ਜਾਣ ਵਾਲੇ, ਨਾਸ ਹੋ ਜਾਣ ਵਾਲੇ, ਫਨਾਹ ਹੋ ਜਾਣ ਵਾਲੇ ਨੇ। ਤੇਰਾ ਹੀ ਇੱਕ ਰੂਪ ਹੈ ਜਿਹੜਾ ਸੱਚ ਹੈ, ਸਦੀਵੀ ਕਾਲ ਰਹਿਣ ਵਾਲਾ ਸਤ ਸਰੂਪ। ਸਤ 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 ਸਤਿਗੁਰ ਦੇਵ, ਝੂਠ 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 ਆਣ ਸਭ ਸੇਵ। ਸਤ ਸਾਚ ਸ੍ਰੀ ਨਿਵਾਸ, ਆਦਿ ਪੁਰਖ ਸਦਾ ਤੁਹੀ। ਵਾਹਿਗੁਰੂ 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 ਜੀਓ। ਜੁਗ ਜੁਗ ਸਾਚਾ ਹੈ ਪੀ ਹੋਸੀ, ਕੌਣ ਨਾ ਮੂਆ ਕੌਣ ਨਾ ਮਰਸੀ। ਕਿਹੜਾ ਨਹੀਂ ਮਰਿਆ ਦੁਨੀਆ ਵਿੱਚ, ਕਿਹੜਾ ਨਹੀਂ ਗਿਆ ਸਰੀਰ ਤਿਆਗ ਕੇ, ਕਿਹਦਾ ਰੂਪ ਰਹਿ ਗਿਆ ਦੁਨੀਆ ਵਿੱਚ, ਹੈ ਕੋਈ ਇਹੋ ਜਿਹਾ? ਇੱਕੋ ਇੱਕ ਜੁਗਾਂ ਜੁਗਾਂ ਤੋਂ ਲੈ ਕੇ ਸੱਚਾ ਹੀ ਰਹਿਣ ਵਾਲਾ ਹੈ। ਇਸ ਕਰਕੇ ਤੇਰਾ ਸਤ ਸਰੂਪ ਹੈ। ਚਿਦਾਨੰਦ ਏਕੋ ਅਨਾਮੈ ਅਰੂਪੰ। ਚਿਦਾਨੰਦ ਚੇਤਨ ਆਨੰਦ ਇੱਕੋ ਇੱਕ ਤੂੰ ਹੈ। ਸਤ ਚਿਤ ਆਨੰਦ, ਸੱਚ ਚੇਤਨ ਤੇ ਆਨੰਦ ਸਰੂਪ, ਜਿਹਨੂੰ ਜਾਪ ਸਾਹਿਬ ਵਿੱਚ ਹਜ਼ੂਰ ਨੇ ਕਿਹਾ ਹੈ ਸਦਾ ਸੱਚ ਦਾ ਆਨੰਦ ਸਰਬੰਗ ਪਰਨਾਸੀ। ਤੋ ਸਦਾ ਸੱਚ ਦਾ ਆਨੰਦ ਸਤਰੰਗ ਪਰਨਾਸੀ, 2 ਵਾਰੇ ਬਚਨ ਆਏ ਨੇ। ਚੇਤਨਾ ਦੇਣ ਵਾਲਾ, ਪਰ ਆਪ ਕਿਸੇ ਤੋਂ ਚੇਤਨਾ ਨਹੀਂ ਤੂੰ ਲੈਂਦਾ। ਤੇਰਾ ਚੇਤਨ ਸਰੂਪ ਆਪਣੇ ਆਪ ਤੋਂ ਹੈ। ਕਤਹੂ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੂ ਅਚਿੰਤ ਹੋਏ ਕੈ ਸੋਵਤ ਅਚੇਤ ਹੋ। 10ਵੇਂ ਪਾਤਸ਼ਾਹ ਜੀ ਬਚਨ ਕਰਦੇ ਨੇ। ਤੋ ਸਤ ਚਿਤ ਆਨੰਦ ਤੇਰਾ ਸਰੂਪ ਹੈ। ਅਨਾਮੰ, ਤੁਸੀਂ ਰੋਗਾਂ ਤੋਂ ਰਹਿਤ ਹੋ। ਆਮ ਰੋਗਾਂ ਨੂੰ ਕਹਿੰਦੇ, ਤੇ ਅਨ ਆਮੰ, ਕੋਈ ਰੋਗ ਨਹੀਂ, ਨਾ ਕੋਈ ਆਦੀ ਦਾ, ਨਾ ਕੋਈ ਵਿਆਧੀ ਦਾ, ਨਾ ਕੋਈ ਉਪਾਧੀ ਦਾ। ਸਾਰੀ ਸ੍ਰਿਸ਼ਟੀ ਰੋਗ ਵਿੱਚ ਗ੍ਰਸੀ ਹੋਈ ਹੈ। ਜੋ ਜੋ ਦਿਸੈ ਸੋ ਸੋ ਰੋਗੀ। ਕਿਸੇ ਨੂੰ ਕਾਮ ਦਾ ਰੋਗ, ਕਿਸੇ ਨੂੰ ਕ੍ਰੋਧ ਦਾ ਰੋਗ। ਕਾਮ ਰੋਗ ਮੈਗਲ ਬਸ ਕੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ। ਤੋ ਜਿਹਵਾ ਰੋਗ ਮੀਨ ਗ੍ਰਸਿਆਨੋ। ਇਹ ਵੱਖੋ ਵੱਖ ਰੋਗ ਸਭ ਨੂੰ ਚੰਬੜੇ ਹੋਏ ਨੇ। ਇੱਥੋਂ ਤੱਕ ਹਜ਼ੂਰ ਨੇ ਕਿਹਾ ਬ੍ਰਹਮਾ ਸ਼ਿਵ ਜੀ ਤੇ ਵਿਸ਼ਨੂੰ ਵੀ ਰੋਗੀ ਨੇ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਪਰ ਆਪ ਜੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਰੋਗਾਂ ਨੂੰ ਵੀ ਕੱਟਣ ਵਾਲੇ ਹੋ। ਪਾਰ ਬ੍ਰਹਮ ਪ੍ਰਭ ਕੀਨੀ ਮਇਆ, ਬਾਹਾਂ ਪਕੜ ਰੋਗੋਂ ਕੱਢ ਲਿਆ। ਇਸ ਕਰਕੇ ਅਨਾਮ ਹੈ, ਅਨਾਮ ਹੈ, ਅਧਾਮ ਹੈ। ਇਹ ਬਚਨ ਜਾਪ ਸਾਹਿਬ ਵਿੱਚ ਆਉਂਦੇ ਨੇ। ਕਵੀ ਜੀ ਨੇ ਇਹ ਥੋੜ੍ਹੇ ਜਿਹੇ ਹੋਰ ਤਰੀਕੇ ਨਾਲ ਲਿਖ ਦਿੱਤੇ ਨੇ। ਰੋਗਾਂ ਤੋਂ ਰਹਿਤ ਹੋ, ਅਰੂਪੰ, ਰੂਪ ਤੋਂ ਵੀ ਪਰੇ ਹੋ। ਤੁਹਾਡੇ ਰੂਪ ਦਾ ਵੀ ਕਥਨ ਨਹੀਂ ਕੀਤਾ ਜਾ ਸਕਦਾ। ਨਿਰਗੁਣ ਸਰੂਪ ਵਿੱਚ ਕੋਈ ਤੁਹਾਡਾ ਰੂਪ ਨਹੀਂ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਭਿੰਨ। ਤੋ ਇਸ ਤਰ੍ਹਾਂ ਤੁਸੀਂ ਅਰੂਪ ਹੋ। ਨਮੋ ਬੀਜ ਬੀਜੰ ਮਹਾਨੇ ਮਹਾਨੰ। ਨਮਸਕਾਰ ਹੈ ਆਪ ਜੀ ਨੂੰ। ਬੀਜਾਂ ਦੇ ਵੀ ਬੀਜ ਰੂਪ ਹੋ।
ਕਹਿੰਦੇ ਨੇ ਬ੍ਰਹਮਾ ਸ੍ਰਿਸ਼ਟੀ ਰਚਦਾ ਹੈ, ਤੇ ਬ੍ਰਹਮਾ ਨੂੰ ਕੌਣ ਰਚਣ ਵਾਲਾ ਹੈ? ਜੇ ਬ੍ਰਹਮਾ ਸ੍ਰਿਸ਼ਟੀ ਦਾ ਬੀਜ ਹੈ ਤੇ ਬ੍ਰਹਮਾ ਕਿਵੇਂ ਬਣ ਗਿਆ? ਬ੍ਰਹਮੇ ਨੂੰ ਵੀ ਰਚਣ ਵਾਲੇ ਹੋ। ਬ੍ਰਹਮਾ ਵਿਸ਼ਨ ਸਿਰੇ ਤੈ ਅਗਨਤ, ਤਿਨ ਕੋ ਮੋਹ ਭਇਆ ਮਨ ਮਦ ਕਾ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਤੋ ਆਪ ਜੀ ਬੀਜਾਂ ਦੇ ਵੀ ਬੀਜ, ਨਵਾਂ ਬੀਜ ਬੀਜੇ। ਇਹ ਜਾਪ ਸਾਹਿਬ ਵਿੱਚ ਮਹਾਰਾਜ ਨੇ ਬਚਨ ਕਹੇ ਨੇ, ਭਾਵ ਸਭ ਦਾ ਮੂਲ ਹੋ, ਸਭ ਦਾ ਮੁੱਢ ਹੋ। ਜਿਵੇਂ ਆ ਕੌਮਨਿਸਟ ਜਿਹੜੇ ਲੋਕ ਨੇ, ਤਰਕਸ਼ੀਲ ਕਹਿ ਲਈਏ, ਮੈਂ ਇਹਨਾਂ ਨੂੰ ਕੌਮਨਿਸਟ ਕਹਿਣਾ ਹੁੰਦਾ, ਕਿਉਂਕਿ ਕੌਮ ਦਾ ਨਸ਼ਟ ਕਰਨ ਵਾਲੇ ਲੋਕ ਹਰ ਗੱਲ ਤੇ ਤਰਕ, ਹਰ ਗੱਲ ਤੇ ਤਰਕ, ਬਾਣੀ ਤੇ ਵੀ ਇਤਿਹਾਸ ਤੇ ਵੀ। ਤੋ ਉਹ ਕਹਿੰਦੇ ਨੇ ਜੀ ਇਹ ਸ੍ਰਿਸ਼ਟੀ ਆਪੇ ਬਣੀ, ਇਹਨਾਂ ਦਾ ਕਰਤਾ ਹੀ ਕੋਈ ਨਹੀਂ ਹੈ। ਕਹਿੰਦੇ ਜੈਸੇ ਘਾਸ ਘਾਸ ਤੇ, ਤੋ ਇਸ ਤਰ੍ਹਾਂ ਜਿਵੇਂ ਘਾਹ ਤੋਂ ਘਾਹ ਉੱਗ ਪੈਂਦਾ ਹੈ, ਤੈਸੇ ਮਨੁੱਖ ਮਨੁੱਖ ਤੇ ਅਵਰ ਨਾ ਕਰਤਾ ਕੋਈ। ਇਵੇਂ ਮਨੁੱਖਾਂ ਤੋਂ ਮਨੁੱਖ ਬਣ ਗਏ, ਹੋਰ ਕੋਈ ਕਰਤਾ ਹੀ ਨਹੀਂ। ਤੇ ਮਹਾਂਪੁਰਖਾਂ ਨੇ ਕਿਹਾ ਸੀ, ਇਹ ਦੱਸ ਕੇ ਇਸਤਰੀ ਪਹਿਲਾਂ ਬਣੀ ਕਿ ਬੰਦਾ ਪਹਿਲਾਂ ਬਣਿਆ? ਤੂੰ ਕਹਿੰਦਾ ਮਨੁੱਖ ਤੋਂ ਮਨੁੱਖ ਬਣ ਗਏ, ਘਾਹ ਤੋਂ ਘਾਹ ਉੱਗ ਪਿਆ, ਗਾਂ ਬੀਜਾਂ ਤੋਂ ਬੀਜ। ਇਹ ਦੱਸ ਇਸਤਰੀ ਪਹਿਲਾਂ ਆਈ ਧਰਤੀ ਕਿ ਬੰਦਾ ਆਇਆ? ਉਹ ਕਹਿੰਦੇ ਜੀ ਬੰਦਾ ਆਇਆ। ਕਹਿੰਦਾ ਬੰਦਿਆ ਇਸਤਰੀ ਤੋਂ ਬਿਨਾਂ ਕਿਵੇਂ ਆ ਗਿਆ? ਕਹਿੰਦੇ ਜੀ ਇਸਤਰੀ ਆਈ। ਕਹਿੰਦੇ ਇਸਤਰੀ ਕਿਵੇਂ ਆ ਗਈ? ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਦੋਨਾਂ ਦੇ ਸੰਬੰਧ ਤੋਂ ਪੁੱਤਰ ਹੁੰਦਾ ਹੈ, ਬੱਚਾ ਹੁੰਦਾ ਹੈ, ਇਸਤਰੀ ਪਹਿਲਾਂ ਕਿਵੇਂ ਆ ਗਈ? ਤੋ ਕਈ ਕਹਿ, ਫਿਰ ਉਹਨਾਂ ਨੇ ਪੁੱਛਿਆ, ਕਹਿੰਦੇ ਜੀ ਮੁਰਗੀ ਆਈ ਪਹਿਲਾਂ ਕਿ ਅੰਡਾ ਪਹਿਲਾਂ ਆਇਆ? ਕਹਿੰਦੇ ਜੀ ਮੁਰਗੀ ਆਈ। ਕਹਿੰਦੇ ਮੁਰਗੀ ਤਾਂ ਅੰਡੇ ਚੋਂ ਨਿਕਲਦੀ ਹੈ। ਕਹਿੰਦੇ ਜੀ ਆਂਡਾ ਆ ਗਿਆ। ਕਹਿੰਦੇ ਆਂਡਾ ਕਿੱਥੋਂ ਆ ਗਿਆ? ਆਕਾਸ਼ ਚੋਂ ਡਿੱਗ ਪਿਆ। ਤੋ ਇਸ ਤਰ੍ਹਾਂ ਦੇ ਇਹ ਲੋਕ ਨੇ ਸਾਧ ਸੰਗਤ ਜੀ, ਬਸ ਗੱਲ ਗੱਲ ਤੇ ਤਰਕਾਂ। ਸੂਰਜ ਕਿਵੇਂ ਬਣ ਗਿਆ? ਆਪਣੇ ਆਪ ਬਣ ਗਿਆ ਐਡਾ ਵੱਡਾ, ਜਿਹੜਾ ਸਾਰੇ ਸੰਸਾਰ ਸ੍ਰਿਸ਼ਟੀ ਨੂੰ ਉਜਾਲਾ ਕਰ ਰਿਹਾ, ਉਹ ਆਪਣੇ ਆਪ ਥੋੜਾ ਬਣ ਗਿਆ। ਉਹਦੇ ਵਿੱਚ ਕਲਾ ਕਿਸੇ ਨੇ ਪਾਈ ਹੈ, ਤਾਂ ਹੀ ਉਹ ਜਗਤ ਨੂੰ ਉਜਾਰਾ ਕਰ ਰਿਹਾ ਹੈ। ਵਿਣ ਥੰਮਾ ਗਗਨ ਰਹਾਇਆ, ਥੰਮਾ ਤੋਂ ਬਿਨਾਂ ਆਕਾਸ਼ ਟਿਕਾਇਆ ਹੋਇਆ ਹੈ। ਓਏ ਜੋ ਦੀਸੇ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਕਿੰਨੇ ਬਣਾਏ ਨੇ ਭਾਈ ਜਿਹੜੇ ਅੰਬਰ ਵਿੱਚ ਤਾਰੇ ਰਾਤ ਨੂੰ ਚਮਕਣ ਲੱਗ ਪੈਂਦੇ ਨੇ? ਇਹ ਕਿੰਨੇ ਚਿਤਰੇ ਹੋਏ ਨੇ। ਕਹੋ ਰੇ ਪੰਡਤ ਅੰਬਰ ਕਾਸਿਓਂ ਲਾਗਾ, ਬੂਝੈ ਬੂਝਨ ਹਾਰ ਸੁਭਾਗਾ। ਤੋ ਕਹਿੰਦੇ ਸਾਰਿਆਂ ਦਾ ਬੀਜ ਪਰਮਾਤਮਾ ਵਾਹਿਗੁਰੂ ਹੈ। ਕਮਨ ਸਵੇਲਾ ਵਕਤ ਕਮਨ, ਕਮਨ ਥਿਤ ਕਮਨ ਵਾਰ, ਕਮਨ ਸਿਰੁੱਤੀ ਮਾਹੋ ਕਮਨ ਜਿੱਤ ਹੋਵਾ ਆਕਾਰ। ਕਿਹਨੂੰ ਪਤਾ ਹੈ ਉਹ ਕਿਹੜਾ ਸਮਾਂ ਸੀ ਜਦੋਂ ਉਹਨੇ ਸਭ ਕੁਝ ਬਣਾਇਆ? ਕਿਉਂਕਿ ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਉਹੀ ਸਾਰਿਆਂ ਦਾ ਬੀਜ ਹੈ। ਮਹਾਨੰ ਮਹਾਨੰ, ਵੱਡਿਆਂ ਤੋਂ ਵੀ ਵੱਡਾ ਹੈ। ਜਿਹੜੇ ਬ੍ਰਹਮਾ ਸ਼ਿਵ ਤੇ ਵਿਸ਼ਨੂੰ ਲੋਕਾਂ ਨੇ ਵੱਡੇ ਮੰਨੇ ਨੇ, ਇਹਨਾਂ ਤੋਂ ਵੀ ਮਹਾਨ ਅਪਰੰਪਰ ਵੱਡਾ ਸਰੂਪ ਹੈ। ਸਮਾਨੰ ਸਭੂਤੰ ਭਵਿਖਯੰ ਭਵਾਨੰ। ਪਾਸਟ ਫਿਊਚਰ ਜੋ ਵੀ ਹਨ, ਬੀਤ ਗਿਆ ਸਮਾਂ, ਆਉਣ ਵਾਲਾ ਸਮਾਂ, ਵਰਤਮਾਨ ਦਾ ਸਮਾਂ, ਤਿੰਨਾਂ ਸਮਿਆਂ ਦੇ ਵਿੱਚ, ਭੂਤ ਭਵਿੱਖ ਭਵਾਨ ਦੇ ਵਿੱਚ ਸਮਾਨ ਰਹਿਣ ਵਾਲੇ ਹੋ, ਸਮਾਨ ਹੋ ਕੇ ਵਰਤਣ ਵਾਲੇ ਹੋ। ਸਾਰਿਆਂ ਵਿੱਚ ਜੋਤ ਪਾ ਕਰਕੇ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਨਮੋ ਨਾਥ ਪੂਰੇ ਸਦਾ ਸਿੱਧ ਦਾਤਾ। ਪੂਰੇ ਨਾਥ ਹੋ ਤੁਸੀਂ, ਅਧੂਰੇ ਨਾਥ ਨਹੀਂ। ਕੰਨ ਪਾਟੇ ਜੋਗੀਆਂ ਵਰਗੇ ਨਾਥ ਨਹੀਂ ਹੋਏ। ਅਤੀਤ ਗ੍ਰਸਤ ਤਜ, ਫਿਰ ਉਨਹੂ ਕੇ ਘਰ ਮੰਗਣ ਜਾਈ। ਸੋ ਮਾਈ ਮਾਂਗਤ ਤ੍ਰੈ ਲੁਭਾਵੈ, ਮੰਗਦਿਆਂ ਹੋਇਆਂ ਤੇ ਪਰਾਈਆਂ ਇਸਤਰੀਆਂ ਤੇ ਲੁਭਾਏਮਾਨ ਹੋ ਜਾਣਾ। ਇਸ ਤਰ੍ਹਾਂ ਦੇ ਨਾਥ ਨਹੀਂ ਹੋ ਤੁਸੀਂ। ਤੁਸੀਂ ਪੂਰਨ ਨਾਥ ਹੋ, ਪੂਰੇ ਨਾਥ ਹੋ, ਸਾਰੀ ਸ੍ਰਿਸ਼ਟੀ ਦੇ ਮਾਲਕ ਹੋ। ਆਪ ਜੀ ਸਦਾ ਸਿੱਧ ਦਾਤਾ, ਸਾਰੀਆਂ ਦਾਤਾਂ ਨੂੰ ਦੇਣ ਵਾਲੇ, ਰਿੱਧੀਆਂ ਸਿੱਧੀਆਂ ਨੌ ਨਿਧੀਆਂ ਨੂੰ ਦੇਣ ਵਾਲੇ ਆਪ ਜੀ ਦਾਤੇ ਹੋ। ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ। ਮਹਾਦੇਵ ਦੇਵੰ ਵਿਦਾਤੈ ਵਿਦਾਤਾ। ਮਹਾਦੇਵ ਦੇ ਵੀ ਦੇਵ ਹੋ। ਮਹਾਦੇਵ ਕੋ ਕਹਿਤ ਸਦਾ ਸਿਵ। ਮਹਾਰਾਜ ਕਹਿੰਦੇ ਨੇ ਨਾ, ਉਹਨੂੰ ਹੀ ਸਿਵ ਕਹੀ ਜਾਂਦੇ ਜੀ, ਉਹ ਸਿਵ ਹੈ ਸਿਵ। ਨਿਰੰਕਾਰ ਕਾ ਚਿੰਤ ਨਹੀਂ ਭੇਵ। ਉਸ ਸਿਵ ਜੀ ਦੇ ਵੀ ਦੇਵ ਰੂਪ ਹੋ ਤੁਸੀਂ, ਉਹਦੇ ਵੀ ਗੁਰੂ ਹੋ।
ਜਿਵੇਂ ਬਚਨ ਆਉਂਦੇ ਨੇ, ਗੁਰ ਈਸਰ, ਈਸਰ ਦੇ ਵੀ ਗੁਰੂ ਹੋ, ਗੁਰ ਗੋਰਖ, ਬ੍ਰਹਮੇ ਦੇ ਵੀ ਗੁਰੂ ਹੋ, ਗੁਰ ਈਸਰ, ਗੁਰ ਗੋਰਖ, ਗੋਰਖ ਵਿਸ਼ਨੂੰ ਦੇ ਵੀ ਗੁਰੂ ਹੋ, ਗੋਰਖ ਦੇ ਵੀ ਗੁਰੂ ਹੋ, ਬਰਮਾ ਗੁਰ ਇਹਦੇ ਵੀ ਗੁਰੂ ਹੋ। ਭਾਵ ਕਿ ਗੁਰੂਰ ਬ੍ਰਹਮਾ, ਗੁਰੂਰ ਵਿਸ਼ਨੂੰ, ਗੁਰੂਰ ਦੇਵ ਮਹੇਸ਼ਰਾ, ਇਹ ਸਾਰਿਆਂ ਦੇ ਹੀ ਤੁਸੀਂ ਗੁਰੂ ਹੋ, ਵੱਡੇ ਹੋ, ਮੁੱਖ ਹੋ। ਵਿਧਾਤਾ ਨਾਮ ਬ੍ਰਹਮੇ ਦਾ, ਬ੍ਰਹਮੇ ਦੇ ਵੀ ਵਿਧਾਤਾ ਪੈਦਾ ਕਰਨ ਵਾਲੇ ਹੋ। ਜੋਗੀਸ਼ੰ ਪੁਗੀਸ਼ੰ ਅਧੀਸ਼ੰ ਅਨੀਸ਼ੰ, ਜੋਗੀਆਂ ਦੇ ਵੀ ਈਸ਼ਵਰ ਹੋ, ਭੋਗੀਆਂ ਦੇ ਵੀ ਭੋਗੀਸ਼ਰ ਹੋ ਤੁਸੀਂ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਨਮੋ ਜੋਗ ਜੋਗੇ, ਨਮੋ ਭੋਗ ਭੋਗੇ। ਨਮਸਕਾਰ ਹੈ ਤੁਹਾਨੂੰ। ਸਹਸਰੈ ਸੋ ਬਾਹੂ ਸਹਸਰੈ ਸੋ ਸੀਸੰ, ਵੈਰਾਟ ਸਰੂਪ ਦਾ ਕਥਨ ਕਰ ਰਹੇ ਨੇ। ਨਿਰਗੁਣ ਸਰੂਪ ਵਿੱਚ ਤੁਹਾਡਾ ਕੋਈ ਅੰਗ ਨਹੀਂ, ਕੋਈ ਰੂਪ ਨਹੀਂ। ਜਦੋਂ ਤੁਸੀਂ ਆਪਣਾ ਵੈਰਾਟ ਸਰੂਪ ਧਾਰਦੇ ਹੋ ਤਾਂ ਸਹਸਰੈ ਸੋ ਬਾਹੂ, ਹਜ਼ਾਰਾਂ ਹੀ ਤੁਹਾਡੀਆਂ ਬਾਹਾਂ ਨੇ। ਆਜਾਨ ਬਾਹੂ ਸਾਹਾਨ ਸਾਹੋ, ਜਾਪ ਸਾਹਿਬ ਵਿੱਚ ਜਿਵੇਂ ਬਚਨ ਮਹਾਰਾਜ ਨੇ ਕੀਤੇ ਨੇ। ਬੜੀਆਂ ਲੰਮੀਆਂ, ਬੜੀਆਂ ਬੜੀਆਂ ਵੱਡੀਆਂ ਤੁਹਾਡੀਆਂ ਬਾਹਾਂ। ਆਜਾਨ ਗੋਡਿਆਂ ਨੂੰ ਕਹਿੰਦੇ, ਗੋਡਿਆਂ ਤੋਂ ਹੇਠਾਂ ਬਾਹਾਂ ਗੁਰੂ ਨਾਨਕ ਸਾਹਿਬ ਜੀ ਦੀਆਂ। ਸਾਰੇ ਸਤਿਗੁਰਾਂ ਦੀਆਂ ਬਾਹਾਂ ਗੋਡਿਆਂ ਤੋਂ ਹੇਠਾਂ ਜਾਂਦੀਆਂ ਸਨ। ਇਹ ਇਤਿਹਾਸਕਾਰ ਦੱਸਦੇ ਨੇ। ਦਸਮ ਪਾਤਸ਼ਾਹ ਜੀ ਦੇ ਜਿਹੜੇ ਹੱਥ ਸਨ ਗੋਡਿਆਂ ਤੋਂ ਹੇਠਾਂ ਜਾਂਦੇ ਸਨ ਜਦੋਂ ਖੜੇ ਹੁੰਦੇ ਸਨ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੂੰ ਤਾਂ ਅੱਖੀਂ ਦੇਖਿਆ, ਉਹਨਾਂ ਦੀਆਂ ਬਾਹਾਂ ਗੋਡਿਆਂ ਤੋਂ ਵੀ ਹੇਠਾਂ ਜਾਂਦੀਆਂ ਸਨ। ਇਹ ਸਾਧ ਸੰਗਤ ਜੀ ਇੱਕ ਭਗਤੀ ਵਾਲੇ ਪੁਰਖ ਦੀ ਨਿਸ਼ਾਨੀ ਹੁੰਦੀ ਹੈ, ਇੱਕ ਅਵਤਾਰੀ ਪੁਰਖ ਦੀ, ਤਪੱਸਿਆ ਵਾਲੇ ਪੁਰਖ ਦੀ। ਉਹਦੀਆਂ ਜਿਹੜੀਆਂ ਬਾਹਾਂ ਹੁੰਦੀਆਂ ਬਹੁਤ ਲੰਮੀਆਂ ਲੰਮੀਆਂ ਹੁੰਦੀਆਂ ਹਨ। ਉਹਦਾ ਜਿਹੜਾ ਮੱਥਾ ਹੁੰਦਾ ਹੈ ਬੜਾ ਪ੍ਰਕਾਸ਼ਵਾਨ ਹੁੰਦਾ ਹੈ, ਉਹਦੀ ਦਿਪਤ ਬੜੀ ਤੇਜ਼ ਹੁੰਦੀ ਹੈ। ਤੋ ਆਪ ਜੀ ਦੀਆਂ ਜਿਹੜੀਆਂ ਬਾਹਾਂ ਨੇ, ਸ਼ਿਵ ਜੀ ਦੀਆਂ ਤਾਂ 4 ਹੀ ਬਾਹਾਂ ਨੇ ਨਾ, ਆਪਣੇ ਵਿਸ਼ਨੂੰ ਦੀਆਂ, ਤੇ ਬ੍ਰਹਮੇ ਦੇ 4 ਹੀ ਮੁਖ ਨੇ। ਇਹ ਅਕਾਲ ਪੁਰਖ ਜਦੋਂ ਤੁਸੀਂ ਆਪਣਾ ਵੈਰਾਟ ਸਰੂਪ ਧਾਰਦੇ ਹੋ ਨਾ, ਤਾਂ ਸਹਸਰੈ ਸੋ ਬਾਹੂ, ਹਜ਼ਾਰਾਂ ਹੀ ਤੁਹਾਡੀਆਂ ਬਾਹਾਂ। ਸਹੰਸਰੈ ਸੋ ਸੀਸੰ, ਹਜ਼ਾਰਾਂ ਹੀ ਤੁਹਾਡੇ ਸੀਸ ਨੇ। ਵੇਖੋ, ਇੱਕ ਤੁਹਾਡਾ ਬਣਾਇਆ ਹੋਇਆ ਸ਼ੇਸ਼ ਨਾਗ, ਉਹਦਾ 1000 ਸੀਸ ਹੈ। 1000 ਸਿਰ ਸ਼ੇਸ਼ ਨਾਗ ਦਾ ਵਾਹਿਗੁਰੂ ਨੇ ਬਣਾਇਆ ਹੈ। ਭਾਵ ਕਿ 1000 ਉਹਦੀ ਫਣ ਹੈ, ਜਿਹੜੀ ਫਣ ਖਿਲਾਰਦਾ ਨਾ। 1000 ਫਣ ਵਾਲਾ ਸ਼ੇਸ਼ ਨਾਗ, ਇਹ ਗੁਰਬਾਣੀ ਦਾ ਕਥਨ ਹੈ। ਇਹ ਆਪਣੇ ਕੋਲੋਂ ਨਹੀਂ, ਜਾਂ ਕਿਸੇ ਬੰਦੇ ਲਿਖਾਰੀ ਦਾ ਕਥਨ ਨਹੀਂ। ਸਹਿਸ ਫਨੀ ਜਪਿਓ ਸੇਖ ਨਾਗੈ, ਹਰ ਜਪਤਿਆਂ ਅੰਤ ਨਾ ਪਾਵੈ ਗੋ। ਦਸਮ ਪਾਤਸ਼ਾਹ ਜੀ ਨੇ ਆਪਣੀ ਕਲਮ ਤੋਂ ਸ੍ਰੀ ਦਸਮ ਗ੍ਰੰਥ ਵਿੱਚ ਲਿਖਿਆ ਹੈ, ਸ਼ੇਸ਼ ਨਾਗ ਸਿਰ ਸਹਿਸ ਬਣਾਈ। ਸ਼ੇਸ਼ ਨਾਗ ਦਾ 1000 ਸਿਰ ਬਣਾਇਆ ਹੈ ਪ੍ਰਮਾਤਮਾ ਤੁਸੀਂ। ਦੋਏ ਸਹੰਸ ਰਸਨਾਹ ਸੁਹਾਈ, 2000 ਉਹਦੀਆਂ ਜੀਭਾਂ ਸੋਭ ਰਹੀਆਂ ਨੇ, ਰਸਨਾ ਸੋਭ ਰਹੀਆਂ ਨੇ। ਰਟਣ ਲੱਗੇ ਅਬ ਨਾਮ ਅਪਾਰਾ, ਤੁਮਰੋ ਤਉ ਨਾ ਪਾਵਤ ਪਾਰਾ। ਉਹ ਰੋਜ਼ 2000 ਜੀਭ ਦੇ ਨਾਲ ਨਵਤਨ ਨਾਮ ਜਪੈ, ਦਿਨ ਰਾਤੀ ਨਵੇਂ ਤੋਂ ਨਵਾਂ ਨਾਮ ਪ੍ਰਭੂ ਦਾ ਜਪਦਾ ਹੈ। ਫਿਰ ਵੀ ਉਹਦੇ ਨਾਮਾਂ ਦਾ ਪਾਰਾਵਾਰ ਨਹੀਂ। ਦੇਖੋ, 2000 ਜੀਭਾਂ ਨਾਲ ਨਾਮ ਜਪ ਰਿਹਾ ਹੈ। ਸਾਨੂੰ ਇੱਕ ਮਿਲੀ ਆ, ਉਹ ਵੀ ਚੁਗਲੀ ਨਿੰਦਿਆ ਚਲਾਈ ਹੋਈ ਹੈ। ਉਹ ਵੀ ਭੱਖ ਖਾਣ 'ਚ, ਝੂਠ ਬੋਲਣ ਦੇ ਵਿੱਚ, ਫਿੱਕਾ ਬੋਲਣ ਦੇ ਵਿੱਚ, ਦੁਨੀਆ ਦੀਆਂ ਵਿਕਾਰੀ ਗੱਲਾਂ ਕਰਨ ਵਿੱਚ ਹੀ ਲਾਈ ਬੈਠੇ ਆ ਨਾ। ਪ੍ਰਭੂ ਦੇ ਭਗਤ ਕਹਿੰਦੇ ਨੇ, ਲਾਖ ਜਿਹਬਾ ਦੇਹੋ ਮੇਰੇ ਪਿਆਰੇ, ਮੁਖ ਹਰ ਅਰਾਧੈ ਮੇਰਾ ਰਾਮ। ਇੱਕ ਜੀਭ ਨਾਲ ਰੱਜ ਨਹੀਂ ਆਉਂਦਾ। ਮਹਾਰਾਜ ਤੁਹਾਡਾ ਨਾਮ ਜਪਦਿਆਂ ਲੱਖਾਂ ਜੀਭਾਂ ਦੇ ਦਿਓ। ਏਕ ਜੀਹ ਕੀਚੈ ਲੱਖ 20, ਹਰ ਗੁਣ ਗਾਵੋ ਜਗਦੀਸ਼। ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਐ ਹੈ, ਏਕ ਨਾਮ ਜਗਦੀਸ਼। ਤੋ ਜਿਹੜਾ ਇੰਨੀਆਂ ਜੀਭਾਂ ਹੀ ਬਣਾ ਦੇਣ ਵਾਲਾ, ਇੰਨੇ ਸਿਰ ਬਣਾ ਦੇਣ ਵਾਲਾ, ਉਹ ਆਪ ਕਿਉਂ ਨਹੀਂ ਐਡਾ ਵੱਡਾ ਹੋ ਸਕਦਾ? ਜਿਹੜਾ ਤੁਹਾਡਾ ਵਿਰਾਟ ਸਰੂਪ ਹੈ ਨਾ, ਉਹਦੇ ਹਜ਼ਾਰਾਂ ਹੀ ਬਾਹਾਂ ਨੇ,
ਹਜ਼ਾਰਾਂ ਹੀ ਤੁਹਾਡੇ ਸੀਸ ਹਨ। ਸਹਸਰਾਸ਼ ਸ਼੍ਰੋਣੰ ਸਹਸਰੈ ਸੁਕਰਾਣਾ। ਸਹਸਰਾ ਹਜ਼ਾਰਾਂ ਹੀ ਤੁਹਾਡੇ ਕੰਨ ਨੇ, ਹਜ਼ਾਰਾਂ ਹੀ ਤੁਹਾਡੇ ਘਰਾਨ ਨੱਕ ਨੇ, ਨਾਸਕਾਂ ਸੁਗੰਧੀ ਲੈਣ ਵਾਲੇ, ਹਵਾ ਲੈਣ ਵਾਲੇ, ਆਕਸੀਜਨ ਲੈਣ ਵਾਲੇ। ਤੋ ਹਜ਼ਾਰਾਂ ਹੀ ਤੁਹਾਡੇ ਘਰਾਨ ਹਨ। ਜਿਵੇਂ ਆਪਾਂ ਰੋਜ਼ਾਨਾ ਆਰਤੀ ਵਿੱਚ ਵੀ ਇਹ ਬਚਨ ਆਉਂਦੇ ਨੇ, ਤੇ ਕੀਰਤ ਸੋਹਿਲਾ ਸਾਹਿਬ ਜੀ ਦੀ ਬਾਣੀ ਜੋ ਆਪਾਂ ਰੋਜ਼ਾਨਾ ਪੜ੍ਹਦੇ ਹਾਂ। ਸਹਿਸ ਤਵ ਨੈਣ, ਹਜ਼ਾਰਾਂ ਹੀ ਤੁਹਾਡੇ ਨੇਤਰ ਨੇ। ਨਨ ਨੈਣ ਹੈ ਤੋਹਿ ਕੋ, ਪਰ ਜਦੋਂ ਨਿਰਗੁਣ ਸਰੂਪ ਤੁਹਾਡਾ ਵੇਖਦੇ ਹਾਂ, ਇੱਕ ਵੀ ਤੁਹਾਡਾ ਨੇਤਰ ਨਹੀਂ ਦਿਸਦਾ। ਸਹਿਸ ਮੂਰਤ, ਹਜ਼ਾਰਾਂ ਹੀ ਤੁਹਾਡੇ ਸਰੂਪ ਨੇ। ਨਨਾ ਇੱਕ ਤੋਹੀ, ਨਿਰਗੁਣ ਵਿੱਚ ਇੱਕ ਵੀ ਨਹੀਂ। ਸਹਿਸ ਪਾਦ ਬਿਮਲ, ਹਜ਼ਾਰਾਂ ਹੀ ਤੁਹਾਡੇ ਚਰਨ ਮੈਲ ਤੋਂ ਬਿਨਾਂ ਨਿਰਮਲ ਨੇ। ਨਾਨ ਇੱਕ ਪਾਦ, ਨਿਰਗੁਣ ਵਿੱਚ ਇੱਕ ਵੀ ਨਹੀਂ ਦਿਸਦਾ। ਗੰਧ ਬਿਨ ਸਹਿਸ ਤਵ ਗੰਧ, ਹਜ਼ਾਰਾਂ ਹੀ ਤੁਹਾਡੀਆਂ ਗੰਧ ਨਾਸਕਾਂ ਨੇ, ਨਿਰਗੁਣ ਵਿੱਚ ਇੱਕ ਵੀ ਨਹੀਂ ਦਿਸਦੀ। ਇਸ ਕਰਕੇ ਇੱਕੋ ਸਰੂਪ ਦਾ ਨਾ ਕਥਨ ਕਰੀ ਜਾਇਆ ਕਰੀਏ ਜੀ, ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਆਕਾਰ ਨਹੀਂ, ਉਹਨੂੰ ਕਿਵੇਂ ਜੱਫੀ 'ਚ, ਉਹ ਜੱਫੀ 'ਚ ਕਿਵੇਂ ਲਵੇਗਾ ਜੀ, ਉਹ ਬੋਲੇਗਾ ਕਿਵੇਂ, ਉਹਦੀ ਤਾਂ ਕੋਈ ਜੀਭ ਹੀ ਨਹੀਂ। ਇਹ ਨਿਰਗੁਣ ਸਰੂਪ ਦਾ ਕਥਨ ਹੈ ਗੁਰਮੁਖੋ, ਉਹਦਾ ਇੱਕ ਸਰੂਪ ਨਹੀਂ ਹੈ, ਉਹਦਾ ਸਰਗੁਣ ਵੀ ਹੈ। ਨਿਰੰਕਾਰ ਆਕਾਰ ਆਪ, ਜੇ ਉਹਨੂੰ ਨਿਰੰਕਾਰ ਕਿਹਾ ਤੇ ਅੱਗੇ ਆਕਾਰ ਵੀ ਕਿਹਾ, ਉਹ ਆਕਾਰ ਵੀ ਹੈ। ਜੇ ਨਿਰੰਕਾਰ ਹੈ, ਆਕਾਰਾਂ ਤੋਂ ਬਿਨਾਂ ਹੈ, ਤੇ ਆਕਾਰ ਵੀ ਉਹ ਆਪ ਪ੍ਰਭੂ ਬਣ ਜਾਂਦਾ ਹੈ। ਬਣਿਆ ਨਹੀਂ ਭਗਤ ਪ੍ਰਹਿਲਾਦ ਜੀ ਦੇ ਵਾਸਤੇ, ਕਿੰਨਿਆਂ ਦੀ ਰੱਖਿਆ ਕਰਨ ਵਾਸਤੇ ਆਕਾਰ ਬਣਾ ਕੇ ਆਇਆ ਹੈ। ਕਲਯੁਗ ਦੇ ਸਮੇਂ ਵਿੱਚ ਜ਼ੁਲਮ ਦਾ ਨਾਸ਼ ਕਰਨ ਵਾਸਤੇ, 10 ਸਰੂਪ ਧਰਮ ਦਾ ਪ੍ਰਕਾਸ਼ ਧਾਰਨ ਕਰਨ ਵਾਸਤੇ ਆਪ ਆਕਾਰ ਬਣਾ ਕੇ ਆਇਆ ਪ੍ਰਭੂ। ਕੌਣ ਕਹਿੰਦਾ ਉਹਦਾ ਆਕਾਰ ਨਹੀਂ ਹੈ? ਨਿਰੰਕਾਰ ਆਕਾਰ ਪ੍ਰਭ, ਨਿਰਗੁਣ ਸਰਗੁਣ ਏਕ। ਜੇ ਉਹ ਨਿਰਗੁਣ ਹੈ ਤੇ ਉਹ ਸਰਗੁਣ ਵੀ ਹੈ। ਜਦੋਂ ਉਹ ਸਰਗੁਣ ਹੈ ਤਾਂ ਕਿਹਾ ਖੂਬ ਤੇਰੀ ਪਗੜੀ, ਮੀਠੇ ਤੇਰੇ ਬੋਲ। ਹੁਣ ਪੱਗ ਤਾਂ ਸਿਰ ਤੇ ਹੀ ਵੱਜਣੀ ਹੈ ਨਾ, ਜੇ ਪਗੜੀ ਹੈ, ਸੀਸ ਹੈ, ਤਾਂ ਹੀ ਇਹ ਬਚਨ ਕਹੇ ਨੇ ਨਾ, ਖੂਬ ਤੇਰੀ ਪਗੜੀ, ਮੀਠੇ ਤੇਰੇ ਬੋਲ। ਤੋ ਇਸ ਕਰਕੇ ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ, ਤੇਰੀ ਚਾਲ ਬੜੀ ਸੁਹਾਵਣੀ ਹੈ। ਤੇਰੀ ਬਾਣੀ, ਬਚਨ ਜਿਹੜੇ ਮੁੱਖ ਵਿੱਚੋਂ ਬੋਲਦੇ ਹੋ, ਇਹ ਤਾਂ ਸ਼ਹਿਦ ਨਾਲੋਂ ਵੀ ਮਿੱਠੇ ਨੇ, ਮਧੁਰ ਸ਼ਹਿਦ ਨੂੰ ਕਿਹਾ। ਤੁਹਾਡੀ ਬਾਣੀ, ਤੁਹਾਡੇ ਬੋਲ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ। ਤੋ ਇਸ ਕਰਕੇ ਸਿਰਫ ਇੱਕ ਰੂਪ ਦਾ ਕਥਨ ਨਾ ਕਰਿਆ ਕਰੀਏ। ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਇੱਕ ਪਾਸੇ ਫੋਟੋ ਰਾਸ਼ਟਰਪਤੀ ਦੀ ਹੁੰਦੀ ਹੈ, ਇੱਕ ਪਾਸੇ ਮੋਹਰ ਹੁੰਦੀ ਹੈ ਗੁਰਮੁਖੋ। ਸਿਰਫ ਮੋਹਰ ਹੀ ਨਾ ਵੇਖਿਆ ਕਰੀਏ, ਫੋਟੋ ਵੀ ਹੈ। ਇਹ ਦੋ ਪਹਿਲੂ ਨੇ, ਸਿਰਫ ਨਿਰਗੁਣ ਸਰੂਪ ਨਾ ਵੇਖੀਏ, ਉਹਦਾ ਸਰਗੁਣ ਸਰੂਪ ਵੀ ਹੈ, ਉਹਦੀ ਪ੍ਰਤੱਖ ਮੂਰਤ ਵੀ ਹੈ। ਜਿਸ ਮੂਰਤ ਦੇ ਭਗਤਾਂ ਨੇ ਦਰਸ਼ਨ ਕੀਤੇ ਨੇ, ਪ੍ਰਤੱਖ ਹੋਏ, ਪ੍ਰਤੱਖ ਗੁਸਾਈਆਂ ਮਿਲੈ, ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਪ੍ਰਤੱਖ ਹੋ ਕੇ ਗੁਸਾਈ ਮਿਲਿਆ ਹੈ, ਪ੍ਰਤੱਖ ਹੋ ਕੇ ਭੋਗ ਲਾਇਆ ਹੈ, ਉਹਦਾ ਪ੍ਰਸਾਦਾ ਛਕਿਆ ਹੈ। ਤੋ ਇਸ ਕਰਕੇ ਤੁਹਾਡਾ ਵਿਰਾਟ ਸਰੂਪ ਜਿਹੜਾ ਹੈ ਉਹ ਕਥਨ ਨਹੀਂ ਕੀਤਾ ਜਾ ਸਕਦਾ। ਸਹਸਰਾ ਨੈਨੰ ਜੈ ਸਹਸਰਾ ਸੋ ਪ੍ਰਾਣਾ। ਸਹੰਸਰਾ ਆਨੰ, ਆਨ ਮੁੱਖ ਨੂੰ ਕਹਿੰਦੇ ਨੇ। ਹਜ਼ਾਰਾਂ ਹੀ ਤੁਹਾਡੇ ਮੁੱਖ ਨੇ, ਬ੍ਰਹਮੇ ਦੇ ਤਾਂ ਕੇਵਲ 4 ਹੀ ਨੇ ਨਾ, ਤੁਹਾਡੇ ਤਾਂ ਹਜ਼ਾਰਾਂ ਨੇ। ਜੈ ਤੁਹਾਡੀ ਸਦਾ ਜੈ ਹੋਵੇ। ਸਹੰਸਰਾ ਹੀ ਤੁਹਾਡੇ ਪ੍ਰਾਣ ਹਨ, ਹਜ਼ਾਰਾਂ ਨੂੰ ਪ੍ਰਾਣ ਦੇਣ ਵਾਲੇ ਹੋ, ਬਿਨ ਪ੍ਰਾਣਾ ਤੋਂ ਵੀ ਰੱਖਣ ਵਾਲੇ ਹੋ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਨਮੋ ਤੀਨ ਰੂਪਾ ਨਮੋ ਤੀਨਹੀਨਾ। ਤਿੰਨਾਂ ਦੇ ਵਿੱਚ ਰੂਪ ਪਾਉਣ ਵਾਲੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਿੰਨਾਂ ਦਾ ਰੂਪ ਵੀ ਤੁਸੀਂ ਹੋ। ਬ੍ਰਹਮਾ ਰਜੋ ਗੁਣੀ ਕਿਹਾ ਹੈ, ਵਿਸ਼ਨੂੰ ਸਤੋ ਗੁਣੀ, ਸ਼ਿਵ ਜੀ ਤਮੋ ਗੁਣੀ। ਤਿੰਨਾਂ ਦਾ ਰੂਪ ਪੈਦਾ ਕਰਨ ਵਾਲੇ ਵੀ ਤੁਸੀਂ ਹੋ, ਤੇ ਤਿੰਨਾਂ ਦੇ ਵਿੱਚ ਮਿਲੇ ਹੋਏ ਵੀ ਤੁਸੀਂ ਹੋ। ਸਵਾਸ ਪਾ ਕੇ, ਜੋਤ ਪਾ ਕੇ, ਤੇ ਤਿੰਨਾਂ ਤੋਂ ਰਹਿਤ ਹੋ। ਨਮੋ ਤੀਨਹੀਨਾ, ਨਮਸਕਾਰ ਹੈ ਤਿੰਨਾਂ ਤੋਂ ਹੀਣੇ। ਨਾ ਤਾਂ ਤੁਹਾਡੇ ਵਿੱਚ ਰਜੋ ਹੈ, ਨਾ ਤੁਹਾਡੇ ਵਿੱਚ ਸਤੋ ਹੈ, ਨਾ ਤੁਹਾਡੇ ਵਿੱਚ ਤਮੋ ਹੈ। ਤਿੰਨਾਂ ਤੋਂ ਹੀ ਰਹਿਤ, ਤਿੰਨਾਂ ਗੁਣਾਂ ਤੋਂ, ਰਜੋ ਤਮੋ ਸਤੋ ਗੁਣ।
ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ। ਨਮੋ ਪੰਚ ਮੂਲੰ ਨਮੋ ਪੰਚ ਕੀਨਾ। ਨਮਸਕਾਰ ਹੈ ਤੁਹਾਨੂੰ ਪੰਜਾਂ ਦਾ ਮੁੱਢ। ਅਪ ਤੇਜ ਬਾਏ ਪ੍ਰਿਥਵੀ ਆਕਾਸਾ, ਐਸੀ ਰਹਿਤ ਰਹੋ ਇੱਕ ਪਾਸਾ। ਧਰਤੀ ਪਾਣੀ ਆਕਾਸ਼ ਹਵਾ ਅੱਗ ਜੋ ਕੁਝ ਵੀ ਹੈ ਇਹਨਾਂ ਨੂੰ ਬਣਾਉਣ ਵਾਲੇ ਹੋ, ਤੁਹਾਨੂੰ ਨਮਸਕਾਰ ਹੈ। ਔਰ ਤਿੰਨਾਂ ਦੇ ਵਿੱਚ ਵਿਆਪਤ ਹੋ, ਪਰ ਆਪ ਪੰਜਾਂ ਤੱਤਾਂ ਦੇ ਨਹੀਂ ਹੋ। ਸਾਡਾ ਸਰੀਰ ਪੰਜਾਂ ਤੱਤਾਂ ਦਾ ਹੈ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਜਿਹੜਾ ਪੰਜਾਂ ਤੱਤਾਂ ਦਾ ਸਰੀਰ ਹੈ ਉਹ ਇੱਥੇ ਰਹਿ ਜਾਵੇਗਾ, ਪਰ ਧੰਨ ਗੁਰੂ ਨਾਨਕ ਸਾਹਿਬ ਸਰੀਰ ਨੂੰ ਵੀ ਨਾਲ ਲੈ ਗਏ, ਕਿਉਂਕਿ ਪੰਜਾਂ ਤੱਤਾਂ ਦਾ ਹੈ ਹੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਣ ਦੇਹੀ ਸੱਚਖੰਡ ਗਏ ਨੇ ਕਲਗੀਧਰ ਪਿਤਾ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਤੋ ਇਸ ਕਰਕੇ ਪੰਜਾਂ ਨੂੰ ਕਰਨ ਵਾਲੇ ਹੋ, ਪੰਜਾਂ ਵਿੱਚ ਤਾਕਤ ਪਾਉਣ ਵਾਲੇ ਹੋ ਤੁਸੀਂ, ਪਰ ਆਪ ਪੰਜਾਂ ਤੋਂ ਰਹਿਤ ਹੋ, ਤੁਹਾਨੂੰ ਨਮਸਕਾਰ ਹੈ। ਰੂਪ ਤੋਂ ਵੀ ਰਹਿਤ ਹੋ। ਅਰੂਪੰ ਅਨੰਗੇ ਅਪੰਗੇ ਅਨਾਸੈ। ਮਹਾਰਾਜ ਤੁਹਾਡਾ ਕੋਈ ਰੂਪ ਨਹੀਂ ਨਿਰਗੁਣ ਸਰੂਪ ਵਿੱਚ, ਤੁਹਾਡਾ ਕੋਈ ਅੰਗ ਵੀ ਨਹੀਂ ਨਿਰਗੁਣ ਸਰੂਪ ਵਿੱਚ। ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ, ਜਿਵੇਂ ਬਚਨ ਕਹੇ। ਅਨੰਗ ਕਾਮਦੇਵ ਨੂੰ ਕਿਹਾ ਹੈ, ਕਾਮਦੇਵ ਤੋਂ ਵੀ ਤੁਹਾਡੀ ਉੱਪਰ ਉਪਮਾ ਹੈ। ਤੇ ਇਸੇ ਤਰ੍ਹਾਂ ਭੰਗ ਸਰੂਪ ਹੋ। ਸਮਸਤੰ ਉਪਾਵੈ ਸਮਸਤੰ ਪ੍ਰਕਾਸ਼ੈ। ਮਹਾਰਾਜ ਜੀ ਨਾਸ ਤੋਂ ਵੀ ਰਹਿਤ ਹੋ, ਭੰਗ ਤੋਂ ਵੀ ਰਹਿਤ ਹੋ। ਜਿਵੇਂ ਸਾਡਾ ਚਿੱਤ ਥੋੜਾ ਜਿਹਾ ਕੋਈ ਸੋਗ ਦੀ ਗੱਲ ਸੁਣੀ ਤਾਂ ਝੱਟ ਹੀ ਭੰਗ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ। ਉਦਾਸੀ ਤੋਂ ਵੀ ਰਹਿਤ ਹੋ, ਨਾਸ ਤੋਂ ਵੀ ਰਹਿਤ ਹੋ। ਸਾਰਿਆਂ ਨੂੰ ਪੈਦਾ ਕਰਨ ਵਾਲੇ ਹੋ। ਸਮਸਤੋ ਪ੍ਰਾਜੀ ਸਮਾਸਤਸਤ ਧਾਮੰ। ਜਾਪ ਸਾਹਿਬ ਵਿੱਚ ਜਿਵੇਂ ਬਚਨ ਕਹੇ ਨੇ, ਸਾਰਿਆਂ ਵਿੱਚ ਪ੍ਰਕਾਸ਼ ਕਰਨ ਵਾਲੇ। ਘੁਮਿਆਰ ਘੜੇ ਨੂੰ ਬਣਾਉਂਦਾ ਹੈ, ਪਰ ਘੜੇ ਵਿੱਚ ਪ੍ਰਕਾਸ਼ ਨਹੀਂ ਕਰ ਸਕਦਾ, ਘੜੇ ਵਿੱਚ ਜਾਨ ਨਹੀਂ ਪਾ ਸਕਦਾ, ਜਿੰਦ ਨਹੀਂ ਪਾ ਸਕਦਾ। ਆਪ ਜੀ ਸਾਰੇ ਸਰੀਰਾਂ ਰੂਪੀ ਘੜਿਆਂ ਵਿੱਚ ਪ੍ਰਕਾਸ਼ ਕਰਨ ਵਾਲੇ ਹੋ। ਸਮਸਤੰ ਸੰਘਾਰੈ ਸਮਸਤੰ ਅਲੰਬੋ। ਸਾਰਿਆਂ ਦਾ ਸੰਘਾਰ ਕਰਨ ਵਾਲੇ ਹੋ ਮਹਾਰਾਜ, ਲੈਤਾ ਕਰਨ ਵਾਲੇ ਹੋ। ਸਾਰਿਆਂ ਦਾ ਅਲੰਬੋ ਆਸਰਾ ਰੂਪ ਹੋ। ਨਮੋ ਸ਼ੇਖ ਸਾਈ ਥਿਰੋ ਜਾਤ ਅੰਬੋ। ਨਮਸਕਾਰ ਹੈ ਸ਼ੇਸ਼ ਨਾਗ ਦੇ ਵੀ ਈਸ਼ਵਰ ਤੇ ਸਾਰਿਆਂ ਦਾ ਆਸਰਾ। ਕਈ ਕਹਿੰਦੇ ਜੀ ਪ੍ਰਭੂ ਸ਼ੇਸ਼ ਨਾਗ ਦੀ ਸੇਜਾ ਤੇ ਪੈਂਦਾ ਹੈ। ਆਪ ਜੀ ਨੂੰ ਨਮਸਕਾਰ ਹੈ। ਨਮੋ ਦਾੜ ਗਾੜੰ ਕਰਾਲੇ ਵਿਸਾਲੰ। ਬੜੀਆਂ ਬੜੀਆਂ ਤੁਹਾਡੀਆਂ ਵੱਡੀਆਂ ਦਾੜਾਂ ਨੇ, ਕਿਉਂਕਿ ਦਾੜਾ ਅਗਰੈ ਪ੍ਰਿਥਮ ਧਰਾਇਣ। ਦਾੜਾਂ ਤੇ ਪ੍ਰਿਥਵੀ ਨੂੰ ਚੁੱਕ ਕੇ ਲੈ ਆਇਆ ਸੀ ਪ੍ਰਮਾਤਮਾ। ਜਦੋਂ ਹਿਰਨਾਕਸ਼ਿਪੂ ਜਿਹੜਾ ਸੀ, ਇਹ ਕਸ਼ਮੀਰ ਦੀ ਧਰਤੀ ਪਤਾਲ ਵਿੱਚ ਲੈ ਗਿਆ ਸੀ, ਐਡਾ ਤਪਸਵੀ ਬਲੀ ਸੀ। ਤੇ ਉਸ ਵੇਲੇ ਭਗਵਾਨ ਨੇ ਬਰਾਹ ਦਾ ਰੂਪ ਧਾਰ ਕੇ ਇਹ ਜਿਹੜੀ ਧਰਤੀ ਸੀ ਪਤਾਲ ਦੇ ਵਿੱਚੋਂ ਦਾੜਾਂ ਤੇ ਚੁੱਕ ਕੇ ਲੈ ਆਂਦੀ ਸੀ। ਤੋ ਕਹਿ ਰਹੇ ਨੇ ਤੁਹਾਡੀਆਂ ਦਾੜਾਂ, ਜਿਹਨੂੰ ਜਾੜਾਂ ਵੀ ਕਹਿ ਦਿੰਦੇ, ਦਾੜਾਂ ਵੀ ਕਹਿ ਦਿੰਦੇ, ਬੜੀਆਂ ਬੜੀਆਂ ਵੱਡੀਆਂ ਹਨ। ਫਿਰ ਪੜ੍ਹੇ। ਨਮੋ ਦਾੜ ਗਾੜੰ ਕਰਾਲੇ ਵਿਸਾਲੰ। ਬੜਾ ਭਿਆਨਕ, ਬੜਾ ਤੁਹਾਡਾ ਕਰਾਲ ਸਰੂਪ ਹੈ। ਨਮੋ ਖੜਗ ਕੇਤੰ ਮਹਾਕਾਲ ਕਾਲੰ। ਮਹਾਕਾਲਾਂ ਦਾ ਵੀ ਕਾਲ ਕਰ ਦੇਣ ਵਾਲੇ। ਕਾਲਣ ਕੋ ਕਾਲ, ਮਹਾਕਾਲਣ ਕੋ ਕਾਲ ਹੈ। ਮਹਾਕਾਲ ਧਰਮਰਾਜ ਨੂੰ ਵੀ ਮੰਨਿਆ ਜਾਂਦਾ, ਉਹਦਾ ਵੀ ਕਾਲ ਕਰ ਦੇਣ ਵਾਲੇ ਹੋ। ਸ਼ਿਵ ਜੀ ਨੂੰ ਵੀ ਮਹਾਕਾਲ ਕਈ ਕਹਿ ਦਿੰਦੇ ਨੇ, ਉਹਦਾ ਵੀ ਕਾਲ ਕਰ ਦੇਣ ਵਾਲੇ ਹੋ। ਤੇ ਮਹਾਰਾਜ ਜੀ ਆਪ ਜੀ ਖੜਗ ਕੇਤ ਹੋ, ਹੱਥ ਵਿੱਚ ਖੜਗ ਨੂੰ ਪਕੜਨ ਵਾਲੇ, ਖੜਗ ਦੇ ਧਾਰੀ, ਖੜਗ ਦਾ ਨਿਸ਼ਾਨ ਲੈ ਕੇ ਚੱਲਣ ਵਾਲੇ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਨਮੋ ਚਾਰ ਚਾਰੂ ਸਰੂਪੰ ਬਿਰਾਜੈ। ਸੁੰਦਰ ਤੋਂ ਸੁੰਦਰ ਸਰੂਪ ਹੋ। ਤੁਹਾਡੇ ਸਰੂਪ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਕਿ ਨਿਰਜੁਰ ਨਿਰੂਪ ਹੋ, ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ, ਕਿ ਦਾਤਾ ਮਹਾਮਾਨ ਹੋ। ਸੁੰਦਰ ਤੋਂ ਵੀ ਸੁੰਦਰ ਹੋ। ਆ ਜਿਤਨੇ ਸੁੰਦਰ ਸਰੂਪ ਬਣੇ ਨੇ ਤਾਂ ਤੁਹਾਡੇ ਵਿੱਚੋਂ ਹੀ ਨਿਕਲੇ ਨੇ।
ਇਹ ਤਾਂ ਇੱਕ ਕਿਣਕਾ ਨੇ ਤੁਹਾਡੀ ਸੁੰਦਰਤਾ ਦਾ। ਤਜ ਚਿਤਰੈ ਚੇਤੋ ਚਿਤਕਾਰੀ। ਇਸ ਕਰਕੇ ਮਹਾਰਾਜ ਨੇ ਕਿਹਾ ਹੈ ਚਿੱਤਰਕਾਰੀਆਂ ਮੂਰਤਾਂ ਨੂੰ ਛੱਡ ਕੇ ਚਿੱਤਰਕਾਰ ਦੀ ਪੂਜਾ ਕਰੋ। ਜਿਹਨੇ ਚਿੱਤਰਕਾਰੀਆਂ ਬਣਾਈਆਂ, ਮੂਰਤੀਆਂ ਬਣਾਈਆਂ, ਤੂੰ ਮੂਰਤੀਆਂ ਨੂੰ ਹੀ ਕਹੀ ਜਾਂਦਾ ਬੜੀਆਂ ਸੋਹਣੀਆਂ ਨੇ, ਬੜੀਆਂ ਸੁੰਦਰ ਨੇ, ਤੇ ਜਿਨ੍ਹੇ ਬਣਾਈਆਂ ਉਹ ਕਿੱਡਾ ਕੁ ਸੁੰਦਰ ਹੋਵੇਗਾ, ਉਹਦੇ ਵੱਲ ਵੀ ਕਦੀ ਖਿਆਲ ਕੀਤਾ ਹੈ? ਜਿਨ੍ਹੇ ਕਰੋੜਾਂ ਅਰਬਾਂ ਖਰਬਾਂ ਮੂਰਤੀਆਂ ਐਡੀਆਂ ਐਡੀਆਂ ਸੋਹਣੇ ਸਰੂਪ ਬਣਾ ਦਿੱਤੇ, ਉਹ ਕਿੱਡਾ ਕੁ ਸੋਹਣਾ ਹੋਵੇਗਾ। ਉਹਨੂੰ ਵੇਖ, ਉਹਨੂੰ ਪ੍ਰਾਪਤ ਕਰਨ ਦਾ ਯਤਨ ਕਰ। ਸਦਾ ਜੈ ਸਦਾ ਜੈ ਸਦਾ ਜੈ ਸਦਾ ਜੈ। ਚਾਰੇ ਯੁੱਗਾਂ ਵਿੱਚ ਤੇਰੀ ਜੈ ਸਦੀਵੀ ਕਾਲ ਹੈ। ਚਾਰੇ ਯੁੱਗਾਂ ਵਿੱਚ, ਸਤਯੁਗ ਵਿੱਚ ਵੀ ਤੇਰੀ ਜੈ ਜਿੱਤ ਹੈ, ਤ੍ਰੇਤੇ ਵਿੱਚ ਵੀ, ਦੁਆਪਰ ਵਿੱਚ ਵੀ, ਕਲਯੁਗ ਵਿੱਚ ਵੀ ਤੇਰੀ ਸਦਾ ਹੀ ਜੈ ਹੈ, ਤੇਰੀ ਸਦਾ ਹੀ ਜੈ ਹੈ। ਕਈ ਕਹਿ ਦਿੰਦੇ ਜੀ ਜੈ ਲਫ਼ਜ਼ ਤਾਂ ਹਿੰਦੂਆਂ ਦਾ ਹੈ, ਤੇ ਫਿਰ ਗੁਰਬਾਣੀ ਵਿੱਚ ਕਿੱਥੋਂ ਆ ਗਿਆ ਭਾਈ? ਜੈ ਜੈਕਾਰ ਜਪੋ ਜਗਦੀਸ਼ੈ, ਬਲ ਬਲ ਜਾਈ ਪ੍ਰਭ ਆਪਣੇ ਈਸੈ। ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਕਦੇ ਕਹਿਣਗੇ ਸੰਗਰਾਂਦ ਦਾ ਦਿਹਾੜਾ ਤੇ ਹਿੰਦੂਆਂ ਦਾ ਹੈ, ਫਿਰ ਤਾਂ ਸੂਰਜ ਵੀ ਹਿੰਦੂਆਂ ਦਾ ਹੋ ਗਿਆ। ਅੰਦਰ ਵੜ ਕੇ ਬਹਿ ਜਾਇਆ ਕਰੋ ਫਿਰ ਸੰਗਰਾਂਦ ਵਾਲੇ ਦਿਨ, ਬਾਹਰ ਕਦ ਲਈ ਨਿਕਲਦੇ ਹੋ ਸੂਰਜ ਦੇ ਸਾਹਮਣੇ? ਹਰ ਚੀਜ਼ ਹੀ ਹਿੰਦੂਆਂ ਨੂੰ ਦੇ ਦਿੱਤੀ ਭਾਈ ਅਸੀਂ ਤਾਂ, ਤੁਸੀਂ ਫਿਰ ਭੋਰਾ ਕੱਢ ਕੇ ਬਹਿ ਜਾਓ ਨਾ। ਤੂੰ ਇਸ ਤਰ੍ਹਾਂ ਦੀਆਂ ਤਰਕਾਂ, ਬਸ ਨਾ ਕੋਈ ਕਮਾਈ ਕਰਨੀ, ਨਾ ਕੋਈ ਬੰਦਗੀ ਕਰਨੀ, ਨਾ ਕੋਈ ਸੇਵਾ ਕਰਨੀ, ਬਸ ਤਰਕਾਂ ਕਰਨ ਤੇ ਲੱਕ ਬੰਨ ਲਿਆ। ਤੇਰੀ ਸਦੀਵੀ ਕਾਲ ਜੈ ਹੋਵੇ ਚਾਰੇ ਯੁੱਗਾਂ ਵਿੱਚ, ਹੇ ਵਾਹਿਗੁਰੂ ਜੀਓ। ਨਮੋ ਯੁੱਧ ਯੁੱਧੰ ਨਮੋ ਸ਼ਾਂਤ ਸ਼ਾਂਤੰ। ਜੁਝਾਰੂਆਂ ਦੇ ਵੀ ਜੁਝਾਰੂ ਯੋਧੇ ਹੋ ਤੁਸੀਂ, ਯੁੱਧਾਂ ਦੇ ਵੀ ਯੁੱਧ ਹੋ। ਹਰੀ ਜਿਹੜਾ ਹੰਡੂਰੀਆ ਸੀ, ਹਰੀ ਚੰਦ, ਉਹ ਕਹਿੰਦਾ ਸੀ ਮੇਰੇ ਵਰਗਾ ਯੋਧਾ ਹੀ ਕੋਈ ਨਹੀਂ। ਤੇ ਮਹਾਰਾਜ ਨੇ ਭੰਗਾਣੀ ਦੇ ਜੰਗ ਵਿੱਚ ਕਿਹਾ ਸੀ ਚੰਗਾ ਫਿਰ 3 ਵਾਰ ਕਰ ਲੈ, ਮੁੜ ਕੇ ਤੇਰਾ ਅਰਮਾਨ ਨਾ ਰਹਿ ਜਾਏ। 3 ਵਾਰ ਬਾਜਾਂ ਵਾਲੇ ਤੇ ਕੀਤੇ, ਤੀਜਾ ਵਾਰ ਥੋੜਾ ਜਿਹਾ ਲੱਕ ਦੀ ਪੇਟੀ ਵਿੱਚ ਖੁੱਭਿਆ। ਹਜੂਰ ਨੇ ਖਿੱਚ ਕੇ ਤੀਰ ਬਾਹਰ ਸੁੱਟ ਕੇ ਕਿਹਾ ਤੈਨੂੰ ਤਾਂ ਵਾਰ ਕਰਨਾ ਹੀ ਨਹੀਂ ਆਉਂਦਾ, ਕਿੰਨੇ ਸਿਖਾਇਆ? ਅਸੀਂ ਦੱਸਦੇ ਹਾਂ ਵਾਰ ਕਿਵੇਂ ਕਰੀਦਾ। ਹੁਣ ਸਾਰਾ ਹੀ ਸਰੀਰ ਹਰੀ ਚੰਦ ਹੰਡੂਰੀਏ ਨੇ ਲੋਹੇ ਦੀ ਸੰਜੋ ਦੇ ਨਾਲ ਢੱਕਿਆ ਹੋਇਆ ਸੀ, ਪੈਰ ਤੋਂ ਲੈ ਕੇ ਸਿਰ ਤੱਕ ਲੋਹੇ ਦਾ ਟੋਪ। ਮਹਾਰਾਜ ਨੇ ਦੇਖ ਲਿਆ ਕਿ ਇਹਦੇ ਕੰਨ ਕੋਲੋਂ ਜਗ੍ਹਾ ਖਾਲੀ ਹੈ, ਨਿੱਕੀ ਜੀ ਮੋਹਰੀ ਜਿਹਦੇ ਰਾਹੀਂ ਸੁਣਦਾ ਸੀ। ਹਜੂਰ ਨੇ ਤਾਂ ਤੀਰ ਜਿਹੜਾ ਸੀ ਧਨਖ ਦੇ ਚਿੱਲੇ ਤੇ ਚਾੜ ਕੇ ਪੂਰੇ ਜੋਸ਼ ਦੇ ਨਾਲ ਛੱਡਿਆ। ਇੱਕ ਕੰਨ ਰਾਹੀਂ ਵੱਜਾ ਤੇ ਦੂਜੇ ਕੰਨ ਰਾਹੀਂ ਬਾਹਰ ਨਿਕਲ ਗਿਆ। ਸਾਧ ਸੰਗਤ ਜੀ, ਤੁਹਾਡੇ ਵਰਗਾ ਯੋਧਾ ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ, ਹੇ ਅਕਾਲ ਪੁਰਖ ਜੀਓ, ਯੋਧਿਆਂ ਦੇ ਵੀ ਯੋਧੇ ਹੋ। ਨਮੋ ਅੰਧਕਾਰੰ ਨਮੋ ਜੋਤ ਜੋਤੰ। ਜੋਤੀਆਂ ਦੇ ਵੀ ਜੋਤ ਹੋ, ਸੂਰ ਚੰਦਰਮਾ ਵਰਗਿਆਂ ਦੇ। ਅੰਧਕਾਰ ਦੇ ਵੀ ਅੰਧਕਾਰ ਹੋ। ਮੱਸਿਆ ਵਾਲੀ ਰਾਤ ਵਿੱਚ ਵੀ ਤੁਸੀਂ ਅੰਧਕਾਰ ਹੋ ਕੇ ਫੈਲਦੇ ਹੋ ਨਾ, ਇਹ ਨਹੀਂ ਕਿ ਉਦੋਂ ਤੁਸੀਂ ਨਹੀਂ ਹੁੰਦੇ। ਨਮੋ ਅੰਧਕਾਰੇ ਨਮੋ ਤੇਜ ਤੇਜੇ, ਨਮੋ ਬਿਰਿੰਦ ਬਿਰਿੰਦੇ, ਨਮੋ ਬੀਜ ਬੀਜੇ। ਜਾਪ ਸਾਹਿਬ ਵਿੱਚ ਹਜੂਰ ਫਰਮਾਉਂਦੇ ਹਨ ਸਮਸਤੰ ਵਿਖੈ ਨੀਤ ਤੋ ਮੈਂ ਸਮਸਤੰ। ਸਾਰਿਆਂ ਦੇ ਵਿੱਚ ਰਮੇ ਹੋਏ ਹੋ ਮਹਾਰਾਜ, ਨਿਤਾ ਪ੍ਰਤੀ ਹਰ ਵੇਲੇ ਸਾਰਿਆਂ ਵਿੱਚ ਵਿਆਪਕ ਹੋ ਰਹੇ ਹੋ। ਤੁਹਾਨੂੰ ਸਦਾ ਮੇਰੀ ਨਮਸਕਾਰ ਹੈ। ਨਮਸਤੰ 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 ਨਮਸਤੰ। ਮੇਰੀ ਨਮਸਕਾਰ ਹੈ ਸੱਚ ਸਰੂਪ ਚਾਰੇ ਯੁੱਗਾਂ ਦੇ ਵਿੱਚ ਵਿਆਪਕ ਵਾਹਿਗੁਰੂ। ਮਨ ਬਾਣੀ ਸਰੀਰ ਸਭ ਤਰ੍ਹਾਂ ਕਰਕੇ ਮੇਰੀ ਨਮਸਕਾਰ ਹੈ। ਸਦਾ ਮੰਡਲਾਕਾਰ ਜੋਤੀ ਅਖੰਡੰ। ਜਿੱਥੇ ਖੰਡ ਮੰਡਲ ਬ੍ਰਹਮੰਡ, ਖੰਡਾਂ ਵਿੱਚ ਵੀ, ਮੰਡਲਾਂ ਵਿੱਚ ਵੀ, ਬ੍ਰਹਮੰਡਾਂ ਵਿੱਚ ਵੀ ਤੁਸੀਂ ਜੋਤ ਸਰੂਪ ਹੋ ਕਰਕੇ ਪ੍ਰਕਾਸ਼ ਸਮਾਨ ਹੋ ਰਹੇ ਹੋ। ਅਨਾਦੰ ਅਨੰਤੰ ਅਦੰਡੰ ਪ੍ਰਚੰਡੰ। ਅਨਾਦੰ, ਨਾਦ ਤੋਂ ਰਹਿਤ ਹੋ, ਆਦ ਤੋਂ ਰਹਿਤ ਤੁਹਾਡਾ ਕੋਈ ਆਦ ਨਹੀਂ। ਆਦ ਅਨੀਲ ਅਨਾਦ ਅਨਾਹਤ ਸਰੂਪ ਹੋ। ਅਨਾਦੰ ਅਦੰਡੰ, ਦੰਡ ਤੋਂ ਵੀ ਰਹਿਤ ਹੋ। ਸਾਰੀ ਸ੍ਰਿਸ਼ਟੀ ਦੰਡ ਦੇ ਵਸੀਕਾਰ ਹੈ। ਕਿਸੇ ਨੂੰ ਜਾਮ ਦੰਡ ਲੱਗਦਾ, ਕਿਸੇ ਨੂੰ ਪਿਤਰ ਦੰਡ, ਕਿਸੇ ਨੂੰ ਬ੍ਰਹਮ ਦੰਡ। ਤੋ ਇਸ ਤਰ੍ਹਾਂ ਦੇ ਜਿਹੜੇ ਦੰਡ ਮੰਨੇ ਗਏ ਨੇ, ਤੁਸੀਂ ਸਭਨਾ ਤੋਂ ਰਹਿਤ ਹੋ। ਅਦੰਡੰ, ਅੱਗੇ ਅਦੰਡੰ ਪ੍ਰਚੰਡੰ। ਪ੍ਰਚੰਡੰ, ਬਹੁਤ ਪ੍ਰਚੰਡ।
ਤੇਜ ਸਰੂਪ ਹੋ ਤੇਜ ਪ੍ਰਤਾਪ ਵਾਲੇ। ਸਤੰ ਲੋਕ ਸੀਸੰ ਪਗੰ ਹੈ ਪਤਾਲੰ। ਸੱਤ ਲੋਕ ਉੱਪਰਲੇ ਜਿਹੜੇ ਮੰਨੇ ਗਏ ਨੇ ਨਾ, ਸੱਤ ਆਕਾਸ਼, ਇਹ ਮੁਸਲਮਾਨਾਂ ਦੇ ਗ੍ਰੰਥਾਂ ਵਿੱਚ, ਉਹ ਤੁਹਾਡੇ ਸਿਰ ਨੇ। ਤੇ ਸੱਤ ਪਤਾਲ ਜਿਹੜੇ ਨੇ ਉਹ ਤੁਹਾਡੇ ਚਰਨ ਨੇ। ਆਓ ਅਬਦਾਲੀ ਕੇਸਵਾ, ਆਓ ਕਲੰਦਰ ਕੇਸਵਾ, ਕਰ ਅਬਦਾਲੀ ਭੇਸਵਾ। ਅਬਦਾਲੀ ਕਹਿੰਦੇ ਬੜਾ ਵੱਡਾ ਭੇਸ। ਭਗਤ ਨਾਮਦੇਵ ਜੀ ਕਹਿੰਦੇ, ਜਿਨੈ ਆਕਾਸ ਕੁਲਹਿ ਸਿਰ ਕੀਨੀ, ਕੌਸੈ ਸਪਤ ਪਤਾਲਾ। ਜਿਨੇ ਆਕਾਸ਼ ਦੀ ਪੱਗ ਸਿਰ ਤੇ ਬੰਨੀ ਹੋਈ ਹੈ, ਐਡਾ ਵੱਡਾ ਉਹਦਾ ਸਿਰ ਹੈ, ਆਕਾਸ਼ ਜਿੱਡੀ ਪੱਗ, ਸੱਤ ਆਕਾਸ਼ਾਂ ਜਿੱਡੀ ਪੱਗ ਹੈ। ਜਿਨੈ ਆਕਾਸ਼ ਕੁਲਹਿ ਸਿਰ ਕੀਨੀ, ਸਿਰ ਤੇ ਕੀਤੀ ਹੋਈ ਪਗੜੀ ਕੁਲਾ ਹੈ। ਕੌਸੈ ਸਪਤ ਪਤਾਲਾ, ਤੇ ਉਹਦੀ ਖੜਾਵਾਂ ਕਿੱਡੀਆਂ ਕੁ ਵੱਡੀਆਂ ਨੇ। ਸੱਤ ਪਤਾਲ ਉਹਦੀਆਂ ਖੜਾਵਾਂ ਨੇ, ਕਿੱਡੇ ਕੁ ਵੱਡੇ ਉਹਦੇ ਚਰਨ ਹੋਣਗੇ। ਤੋ ਕੌਸੈ ਸਪਤ ਪਤਾਲਾ, ਐਸਾ ਪਰਮਾਤਮਾ ਚਮਰ ਪੋਸ ਕਾ ਮੰਦਰ ਤੇਰਾ, ਇਹ ਬਿਨ ਬਦੇ ਗੋਪਾਲਾ। ਹੇ ਗੋਪਾਲ ਵਾਹਿਗੁਰੂ, ਚਮਰ ਪੋਸ ਜਿੰਨੀ ਸ੍ਰਿਸ਼ਟੀ ਦੀ ਚਮੜੀ ਹੈ ਨਾ, ਇਹ ਚਮਰ ਪੋਸ ਦਾ ਤੇਰਾ ਮੰਦਰ ਹੈ, ਤੇਰਾ ਘਰ ਐਡਾ ਵੱਡਾ ਹੈ, ਸਾਰਿਆਂ ਦੇ ਹਿਰਦੇ ਵਿੱਚ ਬੈਠਣ ਵਾਲਾ ਹੈ ਤੂੰ। ਛਪਨ ਕੋਟ ਕਾ ਪਹਿਨ ਤੇਰਾ, 16 ਸਹਿਸ ਇਜਾਰਾ। ਭਾਰ 18 ਭਾਰ ਜਿਹੜੀ ਬਨਸਪਤੀ ਹੈ, ਇਹ ਤੇਰਾ ਇੱਕ ਥਾਲ ਬਣਿਆ ਹੋਇਆ ਹੈ। ਤੇਰੇ ਭੋਜਨ ਛਕਣ ਦਾ ਐਡਾ ਵੱਡਾ ਥਾਲ ਹੈ। 56 ਕਰੋੜ ਤੇਰਾ ਜਿਹੜਾ ਪਹਿਨ, ਜੋ ਚੋਗਾ ਚੋਲਾ, ਐਡਾ ਵੱਡਾ 56 ਕਰੋੜ ਜਾਦਵਾਂ ਦਾ ਇੱਕ ਚੋਗਾ ਹੀ ਤੇਰਾ ਬਣਿਆ ਹੋਇਆ ਹੈ। ਇਹ ਭਗਤ ਨਾਮਦੇਵ ਜੀ ਨੇ ਆਪਣੀ ਭਾਵਨਾ ਦੇ ਅਨੁਸਾਰ ਬਚਨ ਉਚਾਰੇ ਨੇ। ਕਿੱਡਾ ਵੱਡਾ ਤੇਰਾ ਵਿਰਾਟ ਸਰੂਪ ਹੈ। ਸਸੀ ਸੂਰ ਨੇਤਰੰ ਮੁਖੰ ਜਵਾਲ ਜਵਾਲੰ। ਚੰਦਰਮਾ ਤੇ ਸੂਰਜ ਤੇਰੀਆਂ ਅੱਖਾਂ ਨੇ, ਭਾਵ ਤੇਰੇ ਨੇਤਰ ਏਡੇ ਏਡੇ ਵੱਡੇ ਨੇ। ਤੇ ਅਗਨੀ ਤੇਰਾ ਮੁਖ ਹੈ। ਜਿਹੜੀ ਅਗਨੀ ਹੈ, ਇਹ ਤੇਰਾ ਮੁਖ ਜਵਾਲਾ ਹੈ। ਕਿਰਪਾਲੰ ਅਕਾਲੰ ਦੁਕਾਲੰ ਪਰਨਾਸੀ। ਕਿਰਪਾਲੰ ਸਰੂਪ, ਅਕਾਲ ਸਰੂਪ, ਕਾਲ ਤੋਂ ਰਹਿਤ ਸਰੂਪ। ਦੁਕਾਲੰ ਪਰਨਾਸੀ, ਦੋ ਕਾਲਾਂ ਦਾ ਨਾਸ ਕਰਨ ਵਾਲੇ, ਜੰਮਣ ਮਰਨ ਤੋਂ ਰਹਿਤ। ਸੋ ਦੁਕਾਲੰ ਪਰਨਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਸਦਾ ਜੈ ਨਮੋ ਜੋਤ ਰਾਸੀ। ਸਾਰਿਆਂ ਦੇ ਜੋਤ ਸਰੂਪ, ਜੋਤੀ ਪੁੰਜ ਵਾਹਿਗੁਰੂ ਪਰਮਾਤਮਾ, ਸਦਾ ਹੀ ਤੇਰੀ ਜੈ ਹੋਵੇ, ਸਦਾ ਹੀ ਤੇਰੀ ਜੈ ਹੋਵੇ। ਸਦੀਵੀ ਕਾਲ ਤੇਰੀ ਜਿੱਤ ਹੈ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਸਿਦਾਨੰਦ ਸੰਗੀ ਸਦਾ ਸੰਗ ਸੋ ਹੈ। ਸਾਰਿਆਂ ਦੇ ਸੰਗੀ ਹੋ, ਸਾਰਿਆਂ ਤੋਂ ਅਸੰਗ ਨਿਰਲੇਪ ਹੋ, ਸਾਰਿਆਂ ਵਿੱਚ ਬੈਠ ਕਰਕੇ ਜੋਤ ਪਾ ਕੇ ਸੋਭ ਰਹੇ ਹੋ। ਨਮੋ ਹੈ ਨਮੋ ਹੈ ਨਮੋ ਹੈ ਨਮੋ ਹੈ। ਮਹਾਰਾਜ ਚਾਰੇ ਯੁੱਗਾਂ ਦੇ ਵਿੱਚ ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਜਿਵੇਂ ਜਾਪ ਸਾਹਿਬ ਦੇ ਵਿੱਚ ਵਾਰ-ਵਾਰ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਧਰਮੰ। ਤੋਂ ਵਾਰ-ਵਾਰ ਉਹਦੇ ਕੀਰਤਮ ਨਾਮ ਲੈ ਲੈ ਕੇ ਨਮਸਕਾਰਾਂ ਕੀਤੀਆਂ ਹਨ। ਇਵੇਂ ਕਵੀ ਜੀ ਉਹਨੂੰ ਛੰਦਾਬੰਦੀ ਦੇ ਰੂਪ ਵਿੱਚ ਪਰਮਾਤਮਾ ਨੂੰ ਵਾਰ-ਵਾਰ ਨਮਸਕਾਰਾਂ ਕਰ ਰਹੇ ਨੇ, ਸਤਿਗੁਰੂ ਦੇ ਮੁਖ ਤੋਂ, ਦੁਸ਼ਟ ਦਮਨ ਜੀ ਦੇ ਮੁਖ ਤੋਂ। ਅਗਲੀ ਕਥਾ ਅਗਲੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ। ਜਿਵੇਂ ਭਗਵਾਨ ਵਾਹਿਗੁਰੂ ਤੋਂ ਆਗਿਆ ਲੈ ਕੇ ਫੇਰ ਹੇਮਕੁੰਟ ਸਾਹਿਬ ਵਾਲੇ ਅਸਥਾਨ 'ਤੇ ਰਿਖੀਆਂ ਦੇ ਕੋਲ ਪਹੁੰਚਣਗੇ, ਉਹ ਕੱਲ੍ਹ ਨੂੰ ਕਥਾ ਆਵੇਗੀ। ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰ ਦੇਣੀ। ਮਹਾਰਾਜ ਸਾਹਿਬ ਦੀ ਹਾਜ਼ਰੀ ਥਾਂਏ ਪਾਵਨ, ਚੜ੍ਹਦੀਆਂ ਕਲਾ ਹੋਵਨ, ਵਿਘਨਾਂ ਦਾ ਹੋਵੇ ਨਾਸ, ਕਾਰਜ ਹੋਵਨ ਰਾਸ, ਨਾਮ ਦਾ ਰੰਗ,
ਸਾਧ ਦਾ ਸੰਗ ਨਿਸ਼ਚਾ ਹੋਵੇ ਅਭੰਗ। ਸਤਿਗੁਰੂ ਦਾ ਅੰਗ ਸਦੀਵੀ ਕਾਲ ਸਾਨੂੰ ਸਭਨਾਂ ਨੂੰ ਪ੍ਰਾਪਤ ਹੋਵੇ। ਹਉ ਕਿਆ ਸਾਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਕਿਰਪਾਲੰ ਅਕਾਲੰ ਦੁਕਾਲੰ ਪਰਨਾਸੀ, ਸਦਾ ਜੈ ਨਮੋ ਜੋਤ ਰਾਸੀ। ਚਿਦਾਨੰਦ ਸੰਗੀ ਸਦਾ ਸੰਗ ਸੋ ਹੈ, ਨਮੋ ਹੈ ਨਮੋ ਹੈ ਨਮੋ ਹੈ ਨਮੋ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਵਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੈ ਪਾਰ। ਜੋ ਸਰਦਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੈ ਸੋ ਸਿੰਘ ਸੁਜਾਨ। ਸ੍ਰੀ ਨਾਨਕ ਗੁਰੂ ਗੋਬਿੰਦ ਸਿੰਘ ਸਦਾ ਕਰੈ ਕਲਿਆਣ। ਸ੍ਰੀ ਨਾਨਕ ਗੁਰੂ ਗੋਬਿੰਦ ਸਿੰਘ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।